ਇਹਨੂੰ ਹੁਣ ਖਿਆਲ ਨਾਲ ਸੁਣਨਾ ਬਾਈਬਲ ਦੀ ਗੱਲ ਜਿਹੜੀ ਨਾ 20 ਚੈਪਟਰ ਉਹਦੀ ਮੈਂ ਸਿਰਫ ਤੁਹਾਨੂੰ ਟੱਚ ਕਰਾਉਣਾ ਤੁਸੀਂ ਵੀ ਕੀ ਇਹੋ ਜਿਹੇ ਹੋ ਜਿਹੋ ਜਿਹੇ ਮੈਂ ਤੁਹਾਨੂੰ ਬਾਈਬਲ ਚੋਂ ਮੈਂ ਤੁਹਾਨੂੰ ਟੱਚ ਕਰਾਉਣਾ ਚਾਹੁੰਦਾ ਮੱਤੀ 21 ਅਧਿਆਏ ਉਹਦੀ 28 ਆਇਤ ਪੜਾਂਗੇ ਕੀ ਲਿਖਿਆ And verse 28 we'll read. ਪਰ ਤੁਸੀਂ ਕੀ ਸਮਝਦੇ ਹੋ ਇੱਕ ਮਨੁੱਖ ਦੇ ਦੋ ਪੁੱਤਰ ਸਨ ਅਤੇ ਉਹ ਪਹਿਲੇ ਦੇ ਕੋਲ ਆਣ ਕੇ ਬੋਲਿਆ ਪੁੱਤਰ ਜਾ ਅੱਜ ਅੰਗੂਰੀ ਬਾਗ ਵਿੱਚ ਕੰਮ ਕਰ ਅਤੇ ਉਸਨੇ ਉੱਤਰ ਦਿੱਤਾ ਮੇਰਾ ਜੀ ਨਹੀਂ ਕਰਦਾ ਪਰ ਪਿੱਛੋਂ ਪਛਤਾ ਕੇ ਗਿਆ ਫਿਰ ਦੂਏ ਦੇ ਕੋਲ ਆਣ ਕੇ ਇਹੋ ਹੀ ਕਿਹਾ ਅਤੇ ਉਸਨੇ ਉੱਤਰ ਦਿੱਤਾ ਅੱਛਾ ਜੀ ਪਰ ਗਿਆ ਨਾ ਸੋ ਇਹਨਾਂ ਦੋਹਾਂ ਵਿੱਚੋਂ ਕਿਹਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ ਬਸ ਇਹਨੂੰ ਹੁਣ ਸੁਣਨਾ ਹਨਾ ਇਹ ਬਾਈਬਲ ਦੀ ਗੱਲ ਆ ਪ੍ਰਭੂ ਯੀਸ਼ੂ ਮਸੀਹ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਦੋ ਜਵਾਨ ਕਿਸੇ ਦੇ ਬੇਟੇ ਸੀ ਉਹਨਾਂ ਬਾਰੇ ਖੁਦਾ ਕੀ ਕਹਿੰਦਾ And Lord Jesus Christ gave a parable about a man who had two sons. ਇਸ ਚੈਪਟਰ ਨੂੰ ਇੱਕ ਵਾਰ ਫਿਰ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਫਿਰ ਪੜ੍ਹੀਏ ਇੱਕ ਵਾਰ ਪਰ ਤੁਸੀਂ ਕੀ ਸਮਝਦੇ ਹੋ ਇੱਕ ਮਨੁੱਖ ਦੇ ਦੋ ਪੁੱਤਰ ਸਨ ਇੱਕ ਆਦਮੀ ਦੇ ਦੋ ਪੁੱਤਰ ਸਨ ਅਤੇ ਉਹ ਪਹਿਲੇ ਦੇ ਕੋਲ ਆਣ ਕੇ ਬੋਲਿਆ ਪੁੱਤਰ ਜਾ ਅੱਜ ਅੰਗੂਰੀ ਬਾਗ ਵਿੱਚ ਕੰਮ ਕਰ ਜਾ ਕੇ ਅੰਗੂਰੀ ਬਾਗ ਵਿੱਚ ਕੰਮ ਕਰ ਅਤੇ ਉਸਨੇ ਉੱਤਰ ਦਿੱਤਾ ਮੇਰਾ ਜੀ ਨਹੀਂ ਕਰਦਾ ਜਿਵੇਂ ਮੈਂ ਤੁਹਾਡਾ ਨਹੀਂ ਕਰਦਾ ਕਿਸੇ ਕੋ ਜਾਣ ਨੂੰ ਜੇ ਕੋਈ ਚਲਾ ਗਿਆ ਤੇ ਜਿਵੇਂ ਤੁਹਾਡਾ ਦਿਲ ਨਹੀਂ ਕਰਦਾ ਕਿਸੇ ਕੋ ਜਾਣ ਨੂੰ ਇਹ ਵੀ ਤੁਹਾਡੇ ਵਰਗਾ ਹੀ ਆ ਹਾਂਜੀ ਇਹ ਬੇਟਾ ਉਸ ਵਿਅਕਤੀ ਦਾ ਬਿਲ ਸੇਮ ਤੁਹਾਡੇ ਵਰਗਾ ਮੇਰਾ ਦਿਲ ਨਹੀਂ ਕਰਦਾ ਜਾਣ ਦੋ ਬੇਟੇ ਨੇ दो पुत्र ने पहले को आके बाप ने किया बेटा जाके अंगूरी बाग में की कर जाके कम कर पर उन्हें की किया मेरा दिल नहीं करता बोलो मेरा मन नहीं करता बोलो जोर दी बोलो मेरा मन जेड़ा टूट गया मेरा दिल नहीं करता फोन करन नू जेड़ा कोई टुट के चला गया मेरा मन नहीं करता ओदा पिछा करना नहीं करता मन ਗਿਆ ਤੇ ਗਿਆ ਇਹਨੂੰ ਖਿਆਲ ਨਾਲ ਸੁਣੀਏ ਇਹ ਵਿਸ਼ਵਾਸੀ ਸੇਮ ਤੁਹਾਡੇ ਨਾਲ ਮਿਲਦਾ ਜੁਲਦਾ ਹੈ ਕਿਸੇ ਦਾ ਬੇਟਾ Now this son, we identify ourselves with the son, the one who was not willing to go. ਦੇਖੇ ਕਿੰਨਾ ਅੱਛਾ ਕਹਿੰਦਾ ਮੇਰਾ ਮਨ ਨਹੀਂ ਕਰਦਾ ਜੇ ਮੈਂ ਤੁਹਾਨੂੰ ਆ ਪੁੱਛਾਂ ਤੁਸੀਂ ਕਹਿੰਦਾ ਮੇਰਾ ਮਨ ਨਹੀਂ If somebody ਤੁਹਾਡਾ ਵੀ ਮਨ ਨਹੀਂ ਕਰਦਾ ਤੇ ਇਹਦਾ ਮਨ ਵੀ ਨਹੀਂ ਕਰਦਾ and you also not willing, he was also not willing. दूसरे बेटे को गया डैडी Then father went to the second son. ਉਹਨੂੰ ਕੀ ਕਿਹਾ And what did he say to him? ਹਾਂ ਪੜੀਏ ਫਿਰ ਦੂਏ ਦੇ ਕੋਲ ਆਣ ਕੇ ਇਹੋ ਹੀ ਕਿਹਾ ਫਿਰ ਦੂਸਰੇ ਬੇਟੇ ਕੋ ਡੈਡੀ ਗਏ ਉਹਨੂੰ ਕੀ ਕਿਹਾ ਉਹਨੂੰ ਵੀ ਇਹੀ ਗੱਲ ਕਹੀ ਕੀ ਕਿਹਾ ਅਤੇ ਉਸਨੇ ਉੱਤਰ ਦਿੱਤਾ ਉਸ ਨੂੰ ਉੱਤਰ ਦਿੱਤਾ ਅੱਛਾ ਜੀ ਪਰ ਗਿਆ ਨਾ ਅੱਛਾ ਜੀ ਡੈਡੀ ਜੀ ਮੈਂ ਚਲਾ ਜਾਊਂਗਾ पर ये भी नहीं गया पहले तो मन ही नहीं ना करदा First was not willing and the second said I will serve but he did not go. दूसरा भी नहीं गया He also didn't go. उन्हें की जवाब देता What did he answer? पढ़िए बाइबल ਸੋ ਇਹਨਾਂ ਦੋਹਾਂ ਵਿੱਚੋਂ ਕਿਹਨੇ ਪਿਤਾ ਦੀ ਮਰਜ਼ੀ ਨੂੰ ਪੂਰੀ ਕੀਤਾ ਇਹਨਾਂ ਦੋਹਾਂ ਵਿੱਚੋਂ प्रभु यीशु मसीह ने क्या किसने बाप दे मर्जी पूरी की और ਉਹਨਾਂ ਆਖਿਆ ਪਹਿਲੇ ਨੇ ਉਹਨੇ ਆਖਿਆ ਪਹਿਲੇ ਨੇ ਯਿਸੂ ਨੇ ਉਹਨਾਂ ਨੂੰ ਕਿਹਾ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਆਖਿਆ ਮੈਂ ਤੁਹਾਨੂੰ ਸੱਚ ਆਖਦਾ ਹਾਂ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਮਸੂਲੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ਰ ਦੇ ਰਾਜ ਵਿੱਚ ਜਾਂਦੇ ਹਨ ਦੇਖੇ ਸੁਣੀਏ ਕਿੱਡੀ ਵੱਡੀ ਖੁਦਾਵੰ ਨੇ ਗੱਲ ਕਹੀ ਬਹੁਤ ਵੱਡੀ ਗੱਲ ਕਹੀ ਮੈਂ ਤੁਹਾਨੂੰ ਆਖਦਾ ਹਾਂ ਤੁਹਾਡੇ ਨਾਲੋਂ ਪਹਿਲਾਂ ਕੰਜਰੀਆਂ ਅਤੇ ਮਸੂਲੀਏ ਰਾਜ ਵਿੱਚ ਕੀ ਕਰਦੇ ਆ ਜਾਣਗੇ ਕਿਉਂਕਿ ਇਹਨਾਂ ਨੇ ਗੱਲ ਮੰਨ ਲਈ ਪਰਮੇਸ਼ਰ ਇਹਨਾਂ ਨੇ ਗੱਲ ਮੰਨ ਲਈ ਜਿਹੜੇ ਕਹਿੰਦੇ ਅਸੀਂ ਤੌਬਾ ਕਰਕੇ ਪਾਣੀ ਦਾ ਬਪਤਿਸਮਾ ਲਿੱਤਾ ਇਹਨਾਂ ਨੇ ਲੈ ਲਿੱਤਾ ਪਰ ਮੰਨੀ ਨਹੀਂ ਗੱਲ ਨਹੀਂ ਮੰਨੀ ਇਹਨਾਂ ਨੇ ਇਸੇ ਕਰਕੇ ਪ੍ਰਭੂ ਯਿਸੂ ਨੇ ਫਰੀਸੀਆਂ ਵਾਸਤੇ ਕਿਹਾ ਉਹਨਾਂ ਵਾਸਤੇ ਕਿਹਾ ਕੀ ਕਿਹਾ ਕਹਿੰਦੇ ਇਹਨਾਂ ਨੇ ਕਲਾਮ ਦੀ ਕੁੰਜੀ ਤਾਂ ਲੈ ਲਈ ਬਾਈਬਲ ਖਰੀਦ ਲਿੱਤੀ ਪਵਿੱਤਰ ਆਤਮਾ ਵੀ ਪ੍ਰਾਪਤ ਕਰ ਲਿੱਤਾ ਇਹ ਪਾਕ ਰੂ ਪਾਏ ਲੋਕ ਵੀ ਨਾ ਆਪ ਤਾਂ ਜਾਣਗੇ ਸਵਰਗ ਵਿੱਚ
ਨਾ ਜਾਣ ਵਾਲੇ ਨੂੰ ਜਾਣ, ਬਲਕਿ ਕੀ ਕਰਨ ਦੇ ਆ, ਬਸ ਤੂੰ ਵੀ ਹਟ ਗਿਆ, ਮੈਂ ਵੀ ਆਉਣ ਵਾਲਾ ਹੀ ਆ ਤੇਰੇ ਪਿੱਛੇ। ਇਹ ਨਰਕ 'ਚ ਜਾ ਰਿਹਾ, ਨਰਕ ਇਹਦੇ ਲਈ ਨਰਕ ਆ। ਇਹ ਕਹਿੰਦਾ ਤੂੰ ਨਰਕ ਤਾਂ ਜਾਣਾ ਹੀ ਜਾਣਾ ਹੈ ਛੱਡ ਕੇ, ਮੈਂ ਵੀ ਤੇਰੇ ਪਿੱਛੇ ਨਰਕ 'ਚ ਆ ਰਿਹਾ। ਬਾਈਬਲ ਲਿੱਤੀ ਆ, ਲੈ ਲਿੱਤੀ ਆ, ਪਰ ਖੁਦਾ ਨੇ ਗਿਲਾ ਕਰਕੇ ਗੱਲ ਕਹੀ, ਕਹਿੰਦਾ ਨਾ ਤਾਂ ਆਪ ਇਹਨਾਂ ਨੇ ਜਾਣਾ, ਨਾ ਇਹਨਾਂ ਨੇ ਜਾਣ ਵਾਲੇ ਨੂੰ ਜਾਣਾ। And we read the verse that says that the first one who went, verse 33, it says, which of the two did what his father wanted? The first, they answered. And that's how the people and we believers are. Most of the time we receive the word of God, but we forget it. We have the Bible, but we don't follow it, and we end up into hell. ਕੀ ਫਾਇਦਾ ਸੀ ਬਾਈਬਲ ਲੈਣ ਦਾ, ਕੀ ਫਾਇਦਾ ਸੰਡੇ ਆਉਣ ਦਾ, ਕੀ ਫਾਇਦਾ ਸਾਡੀ ਦੁਆ ਦਾ, ਜਦ ਅਸੀਂ ਉਹਦੇ ਪਰਮੇਸ਼ਰ ਦੀ ਜਿਹੜੀ ਦੇਹੀ ਆ ਉਹਦੇ ਲਈ ਸਾਨੂੰ ਕੋਈ ਦੁੱਖ ਨਹੀਂ। There is no point of coming to church and reading Bible when we don't have pain for the body of Christ. ਉਹਨਾਂ ਨੂੰ ਖਿਆਲ ਨਾਲ ਸੁਣੋ। Let's listen to it carefully. ਇਹ ਪ੍ਰਭੂ ਯਿਸੂ ਮਸੀਹ ਨੇ ਜਿਹੜਾ ਦ੍ਰਿਸ਼ਟਾਂਤ ਕਿਹਾ ਆ, Now the parable that Lord Jesus Christ ਉਹਨੇ said, ਕਿਉਂ ਕਿਹਾ ਕਿ ਸਭ ਤੋਂ ਪਹਿਲਾਂ ਰਾਜ ਵਿੱਚ ਜਿਹੜੇ ਬਹੁਤ ਘਟੀਆ ਲੋਕ ਨੇ ਇਹਨਾਂ ਨੇ ਪਤਾ ਕਿਉਂ ਚੱਲਣਾ, ਇਹਨਾਂ ਨੇ ਚਲੇ ਜਾਣਾ। now why did Jesus say that the tax collectors and the prostitutes will enter the kingdom first? ਅਸੀਂ ਕਿਉਂ, ਸਾਡੇ ਵਾਸਤੇ ਕਿਉਂ ਕਰ ਰਿਹਾ ਖੁਦਾ, ਪਤਾ ਕਿਉਂ ਕਿਹਾ? ਅਸੀਂ ਖੁਦਾ ਦਾ ਕਲਾਮ ਲਿੱਤਾ ਪਰ ਉਹਦੇ ਯੋਗ ਅਸੀਂ ਕੰਮ ਨਹੀਂ ਕਰਦੇ। Why God said this to these people? Because we have received the word of God, but we haven't obeyed it. ਫਿਰ ਪ੍ਰਭੂ ਯਿਸੂ ਮਸੀਹ ਨੇ ਇੱਕ ਔਰ ਉਦਾਹਰਨ ਦਿੱਤੀ। And then God gave another parable. ਜਿਹੜੇ ਤੁਸੀਂ ਮੱਤੀ ਦੀ ਅੰਜੀਲ ਉਹਦਾ 8 ਚੈਪਟਰ, When you open your book of Matthew chapter ਉਹਦੀ 8, 5 ਆਇਤ ਪੜ੍ਹਦੇ ਹੋ, chapter 8 verse 5, when you read, ਬਾਈਬਲ ਕਹਿੰਦੀ ਇੱਕ ਸੂਬੇਦਾਰ ਯਿਸੂ ਮਸੀਹ ਕੋ ਆਇਆ, and it says a person came to, ਉਹਨੇ ਕੀ ਕਿਹਾ? a centurion came to Jesus, and what did he say? ਉਹਨੇ ਕਿਹਾ ਮੇਰਾ ਜਿਹੜਾ ਨੌਕਰ ਆ ਉਹ ਬਹੁਤ ਕੀ ਆ, ਬਿਮਾਰ। And centurion said that my servant is sick. ਤੇ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ? And what did Jesus answer? ਕੋਈ ਨਹੀਂ, ਮੈਂ ਆ ਕੇ ਉਹਨੂੰ ਚੰਗਾ ਕਰ ਦੂੰਗਾ। Did he say that I will come and heal him? ਤਾਂ ਸੂਬੇਦਾਰ ਨੇ ਕੀ ਕਿਹਾ? And what did centurion reply? ਸੂਬੇਦਾਰ ਨੇ ਕਿਹਾ Centurion replied, ਮੈਂ ਇਸ ਯੋਗ ਨਹੀਂ I am not worthy of ਕਿ it, ਤੁਸੀਂ ਮੇਰੀ ਛੱਤ ਥੱਲੇ ਆਓ। that you come under my roof. ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ, And then Lord Jesus answered, ਕਹਿੰਦਾ ਐਡੀ ਨੀਚਾ ਮੈਂ ਇਸਰਾਇਲ 'ਚ ਵੀ ਨਹੀਂ ਵੇਖੀ। he said, I haven't seen such a faith even in ਜਿਹੜੇ ਤੁਸੀਂ Israel. ਉਹਦੀਆਂ ਥੜੀਆਂ ਲਾਈਨਾਂ ਪੜੋਗੇ, And when you read the verses ਉਸ following, ਲਾਈਨ ਨੂੰ ਪੜ੍ਹ ਕੇ ਆਪਾਂ ਥੋੜਾ ਗੌਰ ਕਰੀਏ। ਯਿਸੂ ਜੀ ਉੱਥੇ ਵੀ ਗੱਲ ਕਹੀ, we'll read that verse and we'll pay ਕੌਣ attention. ਉਹਦੇ ਰਾਜ 'ਚ ਜਾਏਗਾ। Who will enter his kingdom? ਆਈਏ 8 ਚੈਪਟਰ Chapter 8 of Matthew. ਉਹਦੀ 11 ਪੜ੍ਹਾਂਗੇ ਕੀ ਲਿਖਿਆ। Chapter 8 verse 11 we'll read. ਔਰ ਮੈਂ ਤੁਹਾਨੂੰ ਆਖਦਾ ਹਾਂ, ਜੋ ਬਥੇਰੇ ਚੜ੍ਹਦਿਓ ਅਤੇ ਲੈਂਦਿਓ ਆਉਣਗੇ ਅਤੇ ਸਵਰਗ ਦੇ ਰਾਜ ਵਿੱਚ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਬੈਠਣਗੇ। ਦੇਖੀ ਲਿਖਿਆ ਰਾਜ ਦੇ ਪੁੱਤਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਸਵਰਗ 'ਚ ਜਾਣਾ, ਇਹ ਨਿਕਲ ਜਾਣਗੇ ਉੱਥੋਂ। ਇਹਨਾਂ ਨੇ ਨਹੀਂ ਜਾਣਾ ਜਿਹੜੇ ਆਪਣਾ ਦਾਵਾ ਕਰਦੇ ਹਨ, ਪਰ ਬਥੇਰੇ ਲੈਂਦਿਓ ਤੇ ਚੜ੍ਹਦੇ ਆਉਣਗੇ, ਉਹਦੇ ਰਾਜ ਦੇ ਕੀ ਹੋ ਜਾਣਗੇ? ਅਧਿਕਾਰੀ ਹੋ। ਇਸ ਨੂੰ ਖਿਆਲ ਨਾਲ ਸੁਣੋ, ਇਹ ਬਾਈਬਲ ਦੀ ਗੱਲ ਹੈ। ਕੌਣ ਬਾਹਰ ਜਾਣਗੇ? ਬਾਹਰ ਕੌਣ ਜਾਣਗੇ? Who will be thrown out? ਰਾਜ ਦੇ ਪੁੱਤਰ ਬਾਹਰ ਅੰਧਕੋਰ ਵਿੱਚ ਕੀ ਆ? ਕੱਢੇ ਜਾਣਗੇ। ਕੱਢੇ ਜਾ। ਜਿਹੜੇ ਦਾਵਾ ਕਰਦੇ ਅਸੀਂ ਜਾਣਾ, ਤੋਬਾ ਕੀਤੀ, ਪਾਣੀ ਦਾ ਬਪਤਿਸਮਾ ਲਿਆ, ਪਵਿੱਤਰ ਆਤਮਾ ਪਾਇਆ, ਅਸੀਂ ਸੰਗਤੀ ਕਰਦੇ ਆ ਪਾਸਟਰ ਸੰਡੇ ਚਰਚ ਵਿੱਚ, ਔਰ ਅਸੀਂ ਖੁਦਾ ਨਾਲ ਚੱਲਦੇ ਆ। ਪਰ ਖੁਦਾ ਇੱਕ ਗੱਲ ਪੁੱਛੇਗਾ ਤੈਨੂੰ, ਤੂੰ ਚੱਲਦਾ ਨਹੀਂ ਸੀ। ਇੰਨੇ ਲੋਕ ਜਿਹੜੇ ਤੇਰੇ ਸਾਹਮਣੇ ਗਏ ਆ, ਕਦੀ ਤੂੰ ਦਾ ਪਿੱਛਾ ਕੀਤਾ? ਕਿ ਤੂੰ ਉਹ ਜਿਹੜੀ ਗਵਾਚੀ ਹੋਈ ਭੇਡ ਆ ਕਿ ਉਹਦੇ ਪਿੱਛੇ ਗਿਆ? ਪ੍ਰਭੂ ਯਿਸੂ ਮਸੀਹ ਨੇ ਆਪਣੀ ਇੱਕ ਤਫਸੀਲ ਦੇ ਕੇ ਕਿਹਾ ਨਾ, ਕਹਿੰਦਾ ਕਿ ਇੱਕ ਭੇਡ ਚਲੀ ਗਈ, ਉਹ ਗਵਾਚ ਗਈ ਤੇ ਪ੍ਰਭੂ ਯਿਸੂ ਮਸੀਹ ਆਪ ਗਏ ਉਹਨੂੰ ਲੱਭਣ ਵਾਸਤੇ। ਬਾਅਦ ਚ ਲਿਖਿਆ ਉਹਨੂੰ 99 ਦਾ ਫਿਕਰ ਨਹੀਂ ਸੀ, ਬਲਕਿ ਗਵਾਚੀ ਹੋਈ ਇੱਕ ਭੇਡ ਦਾ ਕਿਸੇ ਫਿਕਰ ਸੀ। ਇਹ ਬਾਈਬਲ ਦੀ ਗੱਲ। ਔਰ ਯਿਸੂ ਮਸੀਹ ਜਿਹੜੇ ਲੱਭ ਲਿਆਏ, ਉਹਨੂੰ ਆਪਣੇ ਮੋਢੇ ਤੇ ਰੱਖ ਕੇ ਕੀ ਆ? ਲੈ ਕੇ ਆਏ। ਹੁਣ ਯਿਸੂ ਮਸੀਹ ਇੱਥੇ ਨਹੀਂ ਹਨ। ਮੈਂ ਤੁਹਾਨੂੰ ਪਹਿਲੀ ਗੱਲ ਕਹੀ,
ਇੱਕ ਆਦਮੀ ਕੰਮ ਨਹੀਂ ਕਰੇਗਾ, ਇੱਕ ਆਦਮੀ ਨਹੀਂ ਕੰਮ ਕਰ ਸਕੇਗਾ। ਹੁਣ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਔਰ ਮੈਨੂੰ ਕਾਹਦੇ ਲਈ ਖੁਦਾ ਨੇ ਚੁਣਿਆ, ਕਾਹਲੀ ਹੋਲੀ ਸਪਿਰਿਟ ਦਿੱਤਾ, ਤਾਂ ਕਿ ਤੁਸੀਂ ਉਹਦਾ ਕੀ ਕਰੋ। ਪਰ ਅਸੀਂ ਉਹਦਾ ਕੀ ਕੰਮ ਕਰ ਰਹੇ, ਕੀ ਕੰਮ ਕੀਤਾ ਸੀ ਉਹਦਾ ਅਸੀਂ ਕੰਮ ਕੀ ਕਰ ਰਹੇ ਹਾਂ ਪਰਮੇਸ਼ਰ ਦਾ। ਇਹਦਾ ਖੁਦਾ ਹਿਸਾਬ ਪੁੱਛੇਗਾ ਚਰਚ ਨੂੰ। ਜਿਹੜਾ ਮੈਂ ਕੰਮ ਕਰ ਰਿਹਾ, ਮੈਂ ਆਪਣਾ ਕੰਮ ਕਰ ਰਿਹਾ, ਮੈਂ ਤੁਹਾਨੂੰ ਮੈਸੇਜ ਦੇ ਰਿਹਾ, ਮੈਂ ਪ੍ਰਚਾਰਕ ਹਾਂ, ਮੈਂ ਸੰਦੇਸ਼ ਵਾਹਕ ਹਾਂ, ਤੁਹਾਨੂੰ ਮੈਸੇਜ ਦੇਣਾ ਹੈ। ਜੇ ਤੁਸੀਂ ਸੁਣ ਕੇ ਨਹੀਂ ਕਰਦੇ, ਮਾਸਟਰ ਦਾ ਕੰਮ ਆ ਪੜ੍ਹਾਉਣਾ, ਬੱਚੇ ਦਾ ਕੰਮ ਆ ਉਹ ਕਿਵੇਂ ਸੁਣ ਰਿਹਾ ਹੈ ਕਲਾਸ ਵਿੱਚ। ਜਿਹੜੇ ਤੁਸੀਂ ਬੜੀਆਂ ਕਲਾਸਾਂ 'ਚ ਚਲੇ ਜਾਂਦੇ ਆ, ਕਾਲਜ ਚਲੇ ਜਾਂਦੇ ਆ, ਉੱਥੇ ਦਾ ਲੈਕਚਰਰ ਬਹੁਤਾ ਤੁਹਾਡੇ ਕੋਲ ਪੁੱਛਦਾ ਨਹੀਂ ਆ, ਆਪਣਾ ਉਹਨੇ ਸਬਜੈਕਟ ਪ੍ਰੀਚ ਕੀਤਾ, ਚਲਾ ਗਿਆ। ਉਹਨੂੰ ਨਹੀਂ ਪੁੱਛਣਾ ਤੂੰ ਕੰਮ ਕੀਤਾ ਨਹੀਂ ਕੀਤਾ, ਉਹਨੇ ਲੈਕਚਰ ਦਿੱਤਾ, ਤੁਸੀਂ ਲੈਕਚਰ ਨੂੰ ਕਿਵੇਂ ਲਿੱਤਾ, ਸੁਣਿਆ ਨਹੀਂ ਸੁਣਿਆ, ਉਹ ਤੁਹਾਡੇ ਰਿਜ਼ਲਟ ਦੱਸਣਗੇ ਤੁਹਾਡੇ, ਤੇ ਤੁਹਾਡਾ ਵੀ ਰਿਜ਼ਲਟ ਦੱਸੇਗਾ ਜਿਹੜੇ ਤੁਸੀਂ ਪ੍ਰਭੂ ਕੋ ਜਾਓਗੇ। ਮੈਂ ਮੇਰੇ ਦਾਸ ਨੇ ਪ੍ਰੀਚ ਕੀਤਾ, ਤੂੰ ਸੁਣ ਕੇ ਉਹਨੂੰ ਪੂਰਾ ਕੀਤਾ ਨਹੀਂ ਕੀਤਾ, ਉਹ ਤੁਹਾਡੇ ਤੇ ਖੁਦਾ ਉਸ ਵਕਤ ਤੁਹਾਡੇ ਤੇ ਸੂਈ ਰੱਖੇਗਾ ਕਿ ਤੂੰ ਸੁਣ ਕੇ ਕੀਤਾ। ਉਸ ਲਈ ਤੁਹਾਡੇ ਫੇਲ ਪਾਸ ਦਾ ਰਿਜ਼ਲਟ ਆਏਗਾ। ਦੋ ਜਗ੍ਹਾ ਹੋਣਗੀਆਂ, ਇੱਕ ਨਰਕ, ਦੂਸਰਾ ਸਵਰਗ। ਤੁਹਾਡੇ ਐਗਜ਼ਾਮ ਵੇਲੇ ਤੁਹਾਡਾ ਕੀ ਹਾਸ਼ ਹੋਏਗਾ, ਕੀ ਰਿਜ਼ਲਟ ਆਏਗਾ ਤੁਹਾਡਾ। ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ, ਉਹ ਲੈਕਚਰ ਦੇਣ ਵਾਲਾ ਲੈਕਚਰ ਕਾਲਜ ਦਾ ਚਲਾ ਗਿਆ, ਜਿਹਨੇ ਪ੍ਰੋਫੈਸਰ ਦਿੱਤਾ। ਉਹਨਾਂ ਜਿਹੜੇ ਕਾਲਜ ਦੇ ਸਟੂਡੈਂਟ ਸੀ, ਉਹਨਾਂ ਨੇ ਕੀ ਸੁਣਿਆ, ਉਹਨਾਂ ਨੂੰ ਬਾਰ-ਬਾਰ ਨਹੀਂ ਪੁੱਛ। ਸਕੂਲ 'ਚ ਮਾਸਟਰ ਕਾਪੀ ਚੈੱਕ ਕਰਦਾ, ਕਈ ਕਰਦਾ, ਲੇਕਿਨ ਕਾਲਜ ਵਿੱਚ ਬਹੁਤਾ ਚੈੱਕ ਚੁੱਕ ਨਹੀਂ ਕੀਤਾ ਜਾਂਦਾ। ਉੱਥੇ ਲੈਕਚਰ ਦੇਣਾ ਤੇ ਤੁਸੀਂ ਉਹਨੂੰ ਸਮਝਣਾ ਹੈ। ਛੋਟੇ ਬੱਚਿਆਂ ਦਾ ਕੰਮ ਚੈੱਕ ਕੀਤਾ ਜਾਂਦਾ, ਬੜਿਆਂ ਦਾ ਨਹੀਂ। ਤੁਸੀਂ ਤਾਂ 15-15, 20-20 ਸਾਲ ਪੁਰਾਣੇ ਹੋ ਗਏ ਆ, ਪਰ ਪ੍ਰਭੂ ਦਾ ਸ਼ੁਕਰ ਆ ਟੁੱਟ ਗਿਆ, ਗਏ ਨਹੀਂ ਕਿਸੇ ਕੋ। ਇਹ ਪੁੱਛਿਆ ਅੱਛਾ ਅੱਜ ਕੱਲ੍ਹ ਉਹ ਨਹੀਂ ਆ ਰਿਹਾ, ਇੱਥੇ ਤੱਕ ਤੇਰੀ ਗੱਲ ਖਤਮ। ਫਿਰ ਕਹੂੰ ਮੈਂ ਅਸੀਂ ਮੰਨਦੇ ਹਾਂ, ਬਾਈਬਲ ਪੜ੍ਹਦੇ ਵਿਸ਼ਵਾਸੀ ਹਾਂ, ਖੁਦਾ ਨਹੀਂ ਤੇਰਾ, ਮੈਂ ਕਹੂੰਗਾ ਹਾਂ ਮੇਰੇ ਚਿਰ ਦਾ ਇਮਾਨਦਾਰ ਆ, ਪਰ ਖੁਦਾ ਕਹੇਗਾ ਨਹੀਂ, ਖੁਦਾ ਕਹੇਗਾ ਨਹੀਂ। ਪਤਾ ਕਿਉਂ? ਕਿਉਂਕਿ ਤੈਨੂੰ ਹੋਲੀ ਸਪਿਰਿਟ ਦਿੱਤਾ ਸੀ ਉਹਦੇ ਕੰਮ ਕਰਨ ਲਈ, ਤੈਨੂੰ ਕਲਾਮ ਮਿਲਿਆ ਉਹਦੀ ਸੇਵਾ ਲਈ। ਕਿੰਨੇ ਲੋਕਾਂ ਨੂੰ ਤੂੰ ਛੁਟਕਾਰਾ ਦਵਾਇਆ, ਤੂੰ ਕਿੰਨੇ ਲੋਕਾਂ ਨੂੰ ਕੱਢ ਕੇ ਲਿਆ ਪਾਪ ਚੋਂ, ਕਿੰਨੇ ਲੋਕਾਂ ਨੂੰ ਤੇਰੀ ਟੈਸਟਮਨੀ ਨੇ ਨਸ਼ਾ ਛਡਾਤਾ, ਕਿੰਨੇ ਲੋਕਾਂ ਨੂੰ ਤੇਰੀਆਂ ਪ੍ਰਾਰਥਨਾ ਦੀ ਪ੍ਰੋਬਲਮ ਤੋਂ ਕੱਢ ਕੇ ਲੈ ਕੇ ਆ, ਕਿੰਨਿਆਂ ਨੂੰ ਜਾ ਕੇ ਤੂੰ ਬਦਰੂਹਾਂ ਤੋਂ ਛੁਟਕਾਰਾ ਦਿੱਤਾ, ਕਿੰਨੇ ਪਰਿਵਾਰਾਂ ਨੂੰ ਟੁੱਟੇ ਹੋਏ ਨੂੰ ਮੀਆਂ ਬੀਵੀ ਦੇ ਰਿਸ਼ਤੇ ਨੂੰ ਤੂੰ ਜੋੜਿਆ, ਆਪਣੀਆਂ ਦੁਆਵਾਂ ਨਾਲ ਜਾ ਕੇ ਸਮਝਾਇਆ ਕਿ ਨਹੀਂ ਇਹ ਠੀਕ ਨਹੀਂ ਬਾਈਬਲ ਦੇ ਮੁਤਾਬਕ। ਪਰ ਸਾਡੇ ਕੋ ਕਿੱਥੇ ਹੈ, ਅਤੇ ਸਿਰਫ ਸ਼ਬਦਾਂ ਨਾਲ ਗੱਲ ਕਰਕੇ ਛੱਡਦੇ ਹਾਂ, ਅੱਗੇ ਵੀ ਉਹਨਾਂ ਦਾ ਇੱਕ ਵਾਰੀ ਹੋਇਆ ਸੀ, ਅੱਗੇ ਪਹਿਲਾਂ ਵੀ ਹੋਇਆ, ਬਸ ਫਿਨਿਸ਼। ਖੁਦਾ ਨੂੰ ਤੁਸੀਂ ਸੰਤੁਸ਼ਟ ਨਹੀਂ ਕਰ ਸਕਦੇ, ਨਹੀਂ ਗੱਲ ਨਾ। ਖੁਦਾ ਨੂੰ ਸੰਤੁਸ਼ਟ ਕਰੋਗੇ, ਜਾਓਗੇ, ਤੁਹਾਡੀ ਗੱਲ ਕੋ ਨਹੀਂ ਮੰਨੇਗਾ, ਤੁਸੀਂ ਵਰੀ ਹੋਗੇ ਹਿਜਕਲ ਦੀ ਕਿਤਾਬ ਦੇ ਮੁਤਾਬਕ। ਉਹ ਨਹੀਂ ਆਂਦਾ, ਖੁਦਾ ਤੈਨੂੰ ਹਿਸਾਬ ਨਹੀਂ ਪੁੱਛੇਗਾ। ਤੁਸੀਂ ਨਹੀਂ ਗਏ ਟੁੱਟੇ ਹੋਏ ਕੋ, ਲਿਸੇ ਕੋ ਨਹੀਂ ਗਏ, ਖੁਦਾ ਹਰ ਵਿਸ਼ਵਾਸੀ ਨੂੰ ਪੁੱਛੇਗਾ। ਇਹ ਬਾਈਬਲ ਦੀ ਗੱਲ ਕਰ। And God will take account from us that we went to the Sunday service, we read Bible, we did everything, but we never asked a broken believer, we never visited him. We'll have to give an account to the Lord on the day of judgment. और दूसरी आयत, एक और मैं तुम आज टच करना चाहना, प्रभु यीशु ने एक और गल कही। There was one more thing that Lord Jesus Christ said. उस लाइन ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ। शायद लुकर की सुसमाचार, It is from the book of Luke. ਉਹਦੀ ਇੱਕ ਲਾਈਨ ਮੈਂ ਤੁਹਾਨੂੰ ਇਸ ਕਰਕੇ ਟੱਚ ਕਰਨਾ ਚਾਹੁੰਦਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਮੈਂ ਪਰਮੇਸ਼ਰ ਤੁਹਾਡੇ ਨਾਲ ਗੱਲ ਕਰ ਰਿਹਾ, ਕੀ ਕਹਿਣਾ ਚਾਹੁੰਦਾ ਤੁਹਾਨੂੰ। I wanted to read this because I want to tell you what God wants to tell you. ਉਹਦਾ 12 ਅਧਿਆਇ, Luke chapter 12 ਉਹਦੀ 35 ਆਇਤ ਪੜਾਂਗੇ ਕੀ ਲਿਖਿਆ। and verse 35. ਤੁਹਾਡੇ ਲੱਕ ਬੰਨੇ ਅਤੇ ਦੀਵੇ ਬਲਦੇ ਰਹਿਣ, ਅਤੇ ਤੁਸੀਂ ਉਹਨਾਂ ਮਨੁੱਖਾਂ ਵਰਗੇ ਹੋਵੋ ਜਿਹੜੇ ਆਪਣੇ ਮਾਲਕ ਨੂੰ ਉਡੀਕਦੇ ਹਨ ਭਈ ਉਹ ਵਿਆਹ ਤੋਂ ਕਦ ਮੁੜ ਆਵੇਗਾ। ਤਾਂ ਜਿਸ ਵੇਲੇ ਉਹ ਆਵੇ ਅਤੇ ਬੂਹਾ ਖੜਕਾਵੇ, ਉਹ ਝੱਟ ਉਸ ਦੇ ਲਈ ਖੋਲ੍ਹਣ। ਧੰਨ ਉਹ ਨੌਕਰ ਜਿਨ੍ਹਾਂ ਨੂੰ ਮਾਲਕ ਜਦ ਆਵੇ ਜਾਗਦਿਆਂ ਪਾਵੇ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਉਹ ਲੱਕ ਬੰਨ੍ਹ ਕੇ ਉਹਨਾਂ ਨੂੰ ਖਾਣ ਲਈ ਬਿਠਾਵੇਗਾ ਅਤੇ ਕੋਲ ਆਣ ਕੇ ਉਹਨਾਂ ਦੀ ਟਹਿਲ ਕਰੇਗਾ। ਜੇ ਉਹ ਦੁਪਹਿਰ ਨੂੰ ਜਾਂ ਤੀਏ ਪਹਿਰ ਨੂੰ ਆਵੇ ਅਤੇ ਇਹੋ ਜਿਹਾ ਵੇਖੇ ਤਾਂ ਉਹ ਨੌਕਰ ਧੰਨ ਹਨ। ਪਰ ਇਹ ਜਾਣੋ
ਕਿ ਜੇਕਰ ਘਰ ਦੇ ਮਾਲਕ ਨੂੰ ਖਬਰ ਹੁੰਦੀ ਜੋ ਚੋਰ ਕਿਸ ਘੜੀ ਆਵੇਗਾ ਤਾਂ ਜਾਗਦਾ ਰਹਿੰਦਾ ਅਤੇ ਆਪਣੇ ਘਰ ਨੂੰ ਸੰਨ ਲੱਗਣ ਨਾ ਦਿੰਦਾ। ਤੁਸੀਂ ਵੀ ਤਿਆਰ ਰਹੋ, ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤਰ ਆ ਜਾਵੇਗਾ। ਤਦ ਪਤਰਸ ਨੇ ਕਿਹਾ, ਪ੍ਰਭੂ ਜੀ, ਤੂੰ ਇਹ ਦ੍ਰਿਸ਼ਟਾਂਤ ਸਾਨੂੰ ਹੀ ਆਖਦਾ ਹੈ ਜਾਂ ਸਾਰਿਆਂ ਨੂੰ ਵੀ? ਪ੍ਰਭੂ ਨੇ ਅੱਗੋਂ ਆਖਿਆ, ਉਹ ਮਾਤਬਰ ਅਤੇ ਬੁੱਧਵਾਨ ਮੁਖਤਿਆਰ ਕੌਣ ਹੈ ਜਿਹਨੂੰ ਮਾਲਕ ਆਪਣੇ ਨੌਕਰਾਂ ਚਾਕਰਾਂ ਉੱਤੇ ਠਹਿਰਾਵੇ ਤੇ ਵੇਲੇ ਸਿਰ ਉਹਨਾਂ ਨੂੰ ਰਸਤ ਦੇਵੇ। ਸੁਣੀਏ, ਪ੍ਰਭੂ ਯਿਸੂ ਮਸੀਹ ਨੇ ਇਹ ਵੀ ਇੱਕ ਦ੍ਰਿਸ਼ਟਾਂਤ ਦਿੱਤਾ ਕਿਆ ਕਿ ਨੌਕਰ ਬਾਰੇ ਔਰ ਮਾਲਕ ਦੇ ਬਾਰੇ ਕਿਹਾ। ਇਸ ਆਇਤ ਨੂੰ ਧਿਆਨ ਨਾਲ ਸੁਣੀਏ, ਖੁਦਾ ਤੁਹਾਡੇ ਤੋਂ ਵੀ ਇੱਦਾਂ ਚਾਹੁੰਦਾ ਹੈ। ਇਹ ਸਾਡੇ ਵਾਸਤੇ ਆ, ਇਹ ਗੱਲ ਲਿਖੀ, ਮੇਰੇ ਵਾਸਤੇ, ਤੁਹਾਡੇ ਵਾਸਤੇ। ਕੀ ਲਿਖਿਆ? ਫੇਰ ਆਇਤ ਨੂੰ ਪੜੋ। ਤਦ ਪਤਰਸ ਨੇ ਕਿਹਾ, ਪ੍ਰਭੂ ਜੀ, ਤੂੰ ਇਹ ਦ੍ਰਿਸ਼ਟਾਂਤ ਸਾਨੂੰ ਹੀ ਆਖਦਾ ਹੈ? ਇਹ ਦ੍ਰਿਸ਼ਟਾਂਤ ਸਾਨੂੰ ਆਖਦਾ ਜਾਂ ਸਾਰਿਆਂ ਨੂੰ ਵੀ? ਜਾਂ ਸਾਰਿਆਂ ਨੂੰ? ਪ੍ਰਭੂ ਨੇ ਅੱਗੋਂ ਆਖਿਆ, ਪ੍ਰਭੂ ਯਿਸੂ ਮਸੀਹ ਨੇ ਅੱਗੋਂ ਆਖਿਆ, ਉਹ ਮਾਤਬਰ ਅਤੇ ਬੁੱਧਵਾਨ ਮੁਖਤਿਆਰ, ਉਹ ਮਾਤਬਰ ਅਤੇ ਬੁੱਧਵਾਨ ਮੁਖਤਿਆਰ ਕੌਣ ਹੈ ਜਿਹਨੂੰ ਮਾਲਕ ਆਪਣੇ ਨੌਕਰਾਂ ਚਾਕਰਾਂ ਉੱਤੇ ਠਹਿਰਾਵੇ ਔਰ ਤੇ ਵੇਲੇ ਸਿਰ ਉਹਨਾਂ ਨੂੰ ਰਸਤ ਦੇਵੇ। ਬਸ ਇਹ ਸੁਣੋ, ਪੜ੍ਹੀਏ। Now, verse English will read, it says, verse 41, Peter asked, Lord, are you telling this parable to us or to everyone? Verse 42, the Lord answered, who then is the faithful and wise manager whom the master puts in charge of his servants to give them their food allowance at the proper time? ਹੁਣ ਸੁਣੀਏ ਗੱਲ। Now, let's listen to ਪਰਮੇਸ਼ਰ ਨੇ ਸਾਨੂੰ ਕੀ ਠਹਿਰਾਇਆ? what did God ask us to be? ਮੁਖਤਿਆਰ। He has asked us to be in charge. ਕਿਹਦੇ ਉੱਤੇ? Over whom? ਕਲੀਸਿਆ ਦੇ। Over church. ਪਰਮੇਸ਼ਰ ਤੁਹਾਡੇ ਤੋਂ ਕੀ ਚਾਹੇਗਾ? What does God want from you? ਪਰਮੇਸ਼ਰ ਤੁਹਾਡੇ ਤੋਂ ਕੀ ਚਾਹੁੰਦਾ ਹੈ? What does God want from ਇਹੀ you? ਗੱਲ ਲਿਖੀ ਬਾਈਬਲ। This is what written in the Bible. ਉਹਨੇ ਪਤਰਸ ਨੂੰ ਕੀ ਕਿਹਾ? What did he ask us? ਉਹ ਕਿਹੜਾ ਨੌਕਰ ਆ Who is that ਜਿਹੜਾ servant? ਬੁੱਧਵਾਨ ਹੋਵੇ The one who is ਤੇ wise ਵੇਲੇ ਸਿਰ ਆਪਣੇ ਮਾਲਕ ਨੂੰ and on time ਰਸਤ ਦੇ, he serve his master. ਉਹਨੂੰ ਕੁਛ ਦੇਵੇ। That he serve his master. ਤਨ ਉਹ ਨੌਕਰ ਜਿਹੜਾ ਕੀ ਰਹਿੰਦਾ ਸ਼ਾਗਦਰ। ਇਹਦਾ ਲਿਖਿਆ ਜਦੋਂ ਮਾਲਕ ਆਵੇ ਤੇ ਅਜਿਹਾ ਹੀ ਕਰਦਾ ਵੇਖੇ। ਔਰ ਕੀ ਲਿਖਿਆ? ਉਹਦੀ 44 ਪੜ੍ਹੀ, ਮੈਂ ਤੁਹਾਨੂੰ ਸੱਤ ਆਖਦਾ ਹਾਂ। ਪੜੋ ਬਈ। ਧੰਨ ਉਹ ਨੌਕਰ ਜਿਹਨੂੰ ਉਹਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ। ਪਰ ਨੌਕਰ ਤਾਂ ਜਿਹੜਾ ਪ੍ਰਭੂ ਦਾ ਇਮਾਨਦਾਰ ਸੋ ਜਾਂਦਾ ਹੈ, ਬਾਈਬਲ ਕਹਿੰਦੀ ਉਹ ਸੋ ਗਿਆ। ਬਾਈਬਲ ਕਹਿੰਦੀ ਧੰਨ ਉਹ ਨੌਕਰ ਜਿਹਨੂੰ ਦਾ ਮਾਲਕ ਕੀ ਕਰੇ? ਜਦ ਆਵੇ ਅਜਿਹਾ ਕਰਦਿਆਂ ਵੇਖੇ। ਤੁਸੀਂ ਦੇਖੋ, ਤੁਸੀਂ ਇੱਥੋਂ ਜਾਣ ਤੋਂ ਬਾਅਦ ਇਸ ਲਾਈਨ ਨੂੰ ਭੁੱਲ ਕੇ ਸੋ ਜਾਣਾ। ਤੁਸੀਂ ਸੋ ਗਏ ਹੋ ਆਤਮਿਕ ਤੌਰ ਤੇ, ਜਿਸਮਾਨੀ ਤੌਰ ਤੇ ਨਹੀਂ, ਆਤਮਿਕ ਤੌਰ ਤੇ ਤੁਸੀਂ ਸੋ ਗਏ। ਤੁਸੀਂ ਕਲਾਮ ਨੂੰ ਸੁਣਿਆ, ਇਹਨੂੰ ਪੂਰਾ ਨਹੀਂ ਕੀਤਾ ਜਾ ਕੇ, ਯਾਰ ਮੈਂ ਜਾਗਣਾ, ਮੈਂ ਜਾ ਕੇ ਉਹਦੇ ਕੰਮ ਨੂੰ ਕਰਨਾ, ਕੀ ਕਰਨਾ, ਮੈਨੂੰ ਖੁਦਾ ਨੇ ਕੀ ਕਿਹਾ। ਇਹ ਬਾਈਬਲ ਦੀ ਗੱਲ, ਇਹਨੂੰ ਧਿਆਨ ਨਾਲ ਸੁਣੀਏ। ਯਿਸੂ ਮਸੀਹ ਨੇ ਕੀ ਕਿਹਾ ਤੁਹਾਨੂੰ? ਕਿਹੜੀ ਗੱਲ ਤੁਹਾਨੂੰ ਸੌਂਪੀ ਆ? ਤੁਹਾਨੂੰ ਖੇਤ ਦੇ ਰਿਹਾ, ਉੱਤੇ ਤੁਹਾਨੂੰ ਮੁਖਤਿਆਰ ਠਹਿਰਾਇਆ। ਤੁਹਾਡੇ ਕੋਲ ਟਾਈਮ ਸਿਰ ਤੁਹਾਡੇ ਕੋਲ ਖੁਦਾ ਉਹਦਾ ਖਾਜਾ ਰਸਤਾ ਮੰਗੇਗਾ। ਔਰ ਜਿਹੜੇ ਤੁਸੀਂ ਨਹੀਂ ਦੇ ਸਕੋਗੇ ਤੇ ਫਿਰ ਕਿੰਨੀ ਮੁਸ਼ਕਲ ਹੋਏਗੀ। ਬਾਈਬਲ ਦੀ ਗੱਲ ਕਰ ਰਿਹਾ ਮੈਂ, ਖੁਦਾ ਤੁਹਾਡੇ ਨਾਲ ਗੱਲ ਕਰ। ਤੁਸੀਂ ਉਹ ਲੋਕ ਹੋ ਜਿਹਦੇ ਕੋ ਖੁਦਾ ਆਪਣਾ ਹਿਸਾਬ ਤਾਂ ਪੁੱਛੇਗਾ। जिले नहीं दे सकोगे तो फिर खुदा की करेगा तुहाडे नाल और मेरे नाल। मेरे लिए भी ये बाइबल मेरे लिए भी होनी है, तुहाडे लिए भी होनी है, साडे लिए बराबर है। ये नहीं कि मैं तुहानू सुना रहा, पहला मेरे लिए फिर तुहाडे लिए। इहनू ध्यान रखो। Now Bible speaks equally to us. When God comes and he takes account and will not be able to answer him, then what will happen? He will take account from you and as well as from me. इस ते हुण तुसीं जिहड़ी 44 है ਉਹਨੂੰ ਥੱਲੋਂ ਪੜ੍ਹਦੇ ਇਹ ਕੀ ਲਿਖਿਆ ਹੈ? ਮੈਂ ਤੁਹਾਨੂੰ ਸੱਤ ਆਖਦਾ ਹਾਂ, ਮੈਂ ਤੁਹਾਨੂੰ ਸੱਤ ਆਖਦਾ ਹਾਂ, ਜੋ ਉਸ ਨੂੰ ਆਪਣੇ ਸਾਰੇ ਮਾਲ ਮਤਾ ਉੱਤੇ ਹਾਂ ਮੁਖਤਿਆਰ ਕਰ ਦੇਵੇਗਾ। ਜਿਹੜਾ ਜਾਗਦਾ ਰਹੇਗਾ ਉਹਨੂੰ ਖੁਦਾ ਔਰ ਜ਼ਿਆਦਾ ਬਰਕਤ, ਜਿਹੜਾ ਕੰਮ ਕਰੇਗਾ खुदा ਉਹਨੂੰ और ज़्यादा आशीष देवेगा। क्यों देवेगा? क्योंकि उसको एक तोड़ा आया, उन्हें एक तोड़े नू डबल कर लिया। वो तो 2 से तो 4 बन गए, 4 तो 5 बन गए, 5 तो 10 बन गए। तुसीं अपने तोड़े नू इस्तेमाल करो ते तेरा खुदा तेरे तो खुश होवेगा।
ਬਾਈਬਲ ਕਹਿੰਦੀ। ਔਰ ਕੀ ਲਿਖਿਆ? ਪਰ ਜੇ ਉਹ ਨੌਕਰ ਆਪਣੇ ਮਨ ਵਿੱਚ ਆਖੇ ਹਾਂ ਭਈ ਮੇਰਾ ਮਾਲਕ ਆਉਣ ਵਿੱਚ ਚਿਰ ਲਾਉਂਦਾ ਹੈ ਅਤੇ ਗੋਲੇ ਗੋਲੀਆਂ ਨੂੰ ਮਾਰਨ ਅਤੇ ਖਾਣ ਪੀਣ ਅਤੇ ਮਤਵਾਲਾ ਹੋਣ ਲੱਗੇ, ਤਾਂ ਉਸ ਨੌਕਰ ਦਾ ਮਾਲਕ ਜਿਸ ਦਿਨ ਉਹ ਉਡੀਕ ਨਹੀਂ ਕਰਦਾ ਅਤੇ ਜਿਸ ਘੜੀ ਉਹ ਨਹੀਂ ਜਾਣਦਾ ਆਵੇਗਾ ਅਤੇ ਉਹਨੂੰ ਟੋਟੇ ਟੋਟੇ ਕਰਕੇ ਬੇਈਮਾਨਾਂ ਨਾਲ ਉਸ ਦਾ ਹਿੱਸਾ ਠਹਿਰਾਵੇਗਾ। ਕੀ ਤੁਸੀਂ ਇਸ ਤਰ੍ਹਾਂ ਠਹਿਰਨਾ ਚਾਹੁੰਦੇ ਹੋ? ਇਸ ਤਰ੍ਹਾਂ ਹੀ ਲਿਖਿਆ ਹੈ। ਬੜੀ ਬੜੀ And verse 44 it says, "Truly I tell you, he will put him in charge of all possessions. But suppose the servant says to himself, my master is taking a long time in coming, and he then begin to beat the other servants, both men and women, and to eat and drink and get drunk, the master of that servant will come on a day when he does not expect him, and at an hour he is not aware of." ਹੁਣ ਤੁਸੀਂ ਦੱਸੀਏ ਇਹ ਲਾਈਨਾਂ ਕਿਉਂ ਲਿਖੀਆਂ ਗਈਆਂ? Now you tell me that why these verses are written. ਇਹ ਤੁਹਾਡੇ ਲਈ It is for you. ਤੇ ਮੇਰੇ ਲਈ ਹੈ। It is for me as ਤੁਸੀਂ ਉਹਦਾ well. ਕੰਮ ਨਹੀਂ ਕੀਤਾ। You didn't do his work. ਜਿਲੇ ਇੱਥੇ ਉਦਾਹਰਨ ਦੀ ਤੇਰਾ ਕੀ ਕਰੇਗਾ? And then what will he do? ਪਰਮੇਸ਼ਵਰ ਤੁਹਾਡੇ ਕੋਲ ਸਾਫ਼ ਪੁੱਛੇਗਾ ਤੁਸੀਂ ਕਿੱਥੇ ਜਾਓਗੇ? If God asks us the account, where will we go? ਤੁਹਾਨੂੰ ਝੁਕਣਾ ਪਏਗਾ ਖੁਦਾ ਦੇ ਸਾਹਮਣੇ। Then you'll have to bow before God. ਤੁਸੀਂ ਸਮੇਂ ਨੂੰ ਜਾਣੋ ਮੇਰੇ ਭੈਣ ਭਰਾਓ। My brother and sister, ਦਿਨ acknowledge ਬੁਰੇ ਨੇ। the days are evil. ਆਪਣਾ ਟਾਈਮ ਮਤ ਖਰਾਬ ਕਰੀਏ। Do not waste your time. ਟਾਈਮ ਨੂੰ ਮਤ ਖਰਾਬ ਕਰੀਏ। Do not waste your time. ਤੁਹਾਨੂੰ ਇਸ ਟਾਈਮ ਦਾ ਵੀ ਹਿਸਾਬ ਦੇਣਾ ਪਏਗਾ You'll have to give an account for ਕਿਉਂਕਿ this ਉਹਨੇ time. ਤੁਹਾਨੂੰ ਸਵਾਸ ਦਿੱਤਾ ਹੈ Because he has called you as ਤਾਂ a ਕਿ ਉਹਦੀ child, ਮਹਿਮਾ ਤੁਹਾਡੇ ਦੁਆਰਾ ਹੋਵੇ। so that he may be ਪਰ glorified. ਤੁਸੀਂ ਉਹਦੀ ਮਹਿਮਾ ਨੂੰ ਦਫਨਾ ਦਿੱਤਾ ਹੈ। But you have buried his glory. ਬਾਈਬਲ 'ਚ ਇਸ ਤਰ੍ਹਾਂ ਲਿਖਿਆ। That's how it's written in the Bible. ਜਿਲੇ ਤੁਸੀਂ ਮੱਤੀ ਇੰਜੀਲ ਪੜ੍ਹਦੇ ਆ When you read the book of Matthew, ਉੱਥੇ ਲਿਖਿਆ ਕਿ ਇੱਕ ਆਦਮੀ ਨੂੰ ਇੱਕ ਤੋੜਾ, 2 ਤੋੜੇ, 5 ਤੋੜੇ ਦਿੱਤੇ। and it's written to one person he gave 1 talent, to another ਇੱਕ ਨੇ 2 ਬਣਾ ਲਏ, 2, and one person 2 ਨੇ 5 ਬਣਾ ਲਏ। changed it to 5, ਇਦਾਂ ਲਿਖਿਆ ਕਿ 5 ਵਾਲੇ ਨੇ ਔਰ ਕਮਾਈ ਕਰ ਲਈ। and the one who had 5 he earned more. ਜਿਹੜਾ ਇੱਕ ਵਾਲਾ ਸੀ But the one who had 1, ਉਹਨੇ ਇੱਕ ਤੋੜਾ ਦਬਾ ਲਿਆ। he buried that 1 talent. ਉਹਦੇ ਕੋਲ ਇੱਕੋ ਹੀ ਸੀ, He just had ਉਹਨੇ 1, ਇੱਕ ਨੂੰ ਵੀ ਇਸਤੇਮਾਲ ਨਹੀਂ ਕੀਤਾ। and that also he didn't use. ਤੁਹਾਡੇ ਕੋਲ ਇੱਕ ਤਾਂ ਹੈਗਾ, You had at least ਤੁਹਾਡੇ ਕੋਲ 1. ਬਾਈਬਲ ਹੈਗੀ ਆ। You have ਤੁਸੀਂ Bible. ਕਿਸੇ ਟੁੱਟੇ ਹੋਏ ਵਿਸ਼ਵਾਸੀ ਨੂੰ ਇਸ ਬਾਈਬਲ ਨਾਲ ਲਿਆਉਣ ਦੀ ਕੋਸ਼ਿਸ਼ ਤਾਂ ਕਰੋ। You can try to bring a believer who is ਕੋਸ਼ਿਸ਼ broken. ਕਰੋ, Try this. ਕੋਸ਼ਿਸ਼ ਕਰੀਏ। Let's attempt for ਬਾਈਬਲ this ਦੇ ਮੁਤਾਬਕ ਜਾਈਏ, according to the ਦੁਆ Bible. ਕਰਕੇ ਜਾਈਏ Well, let's pray and ਕਿ go. ਪ੍ਰਭੂ ਇੱਕ ਅੰਗ ਟੁੱਟ ਗਿਆ। Lord, one part is broken. ਮੈਂ ਜਿਲੇ ਉਹਨੇ ਜਾ ਕੇ ਗੱਲ ਕਰਾਂ, When I go and speak to ਪਵਿੱਤਰ that ਆਤਮਾ ਮੇਰੀ person, ਜ਼ਬਾਨ ਨੂੰ ਛੂ, Holy Spirit touch my ਤੇਰਾ tongue. ਖੁਦਾਵੰ ਤੇਰਾ ਪੁੱਤਰ ਆਤਮਾ ਉਸ ਨੂੰ ਕਾਇਲ ਕਰੇ। Lord, your Holy Spirit may convict him. ਤੇ ਪ੍ਰਭੂ ਮੈਂ ਤੇਰੇ ਕਲਾਮ ਦੇ ਦੁਆਰਾ Lord, by your word, ਉਸ ਤੇਰੀ ਗੁਆਚੀ ਹੋਈ ਭੇਡ ਨੂੰ the lost sheep, ਵਾਪਸ ਲਿਆਉਣ ਵਿੱਚ I may bring him back, ਸਫਲ ਹੋ ਜਾਏ। that I may be ਮੇਰੇ ਤੇ successful in ਦਇਆ it. ਕਰ। Lord, have mercy ਮੇਰੇ on ਕੋ ਕਮ ਸੇ ਕਮ ਤੋੜਾ ਔਰ ਕੋਈ ਨਹੀਂ ਹੈ। I don't have any other ਤੇਰੀ talent. ਬਾਈਬਲ ਤਾਂ ਮੈਨੂੰ ਆਂਦੀ ਨਾ, Lord, from the ਤੇਰਾ word, ਵਚਨ ਤਾਂ ਮੇਰੇ ਕੋ ਹੈਗਾ ਨਾ, but your word is with me. ਮੈਨੂੰ ਅੱਜ ਇਸਤੇਮਾਲ ਕਰੂੰਗਾ। I want to use it today. ਮੈਂ ਜਾਊਂਗਾ, I would go, ਗੁਆਚੀ ਹੋਈ ਨੂੰ ਵਾਪਸ ਲੈ ਕੇ ਆਊਂਗਾ। and the lost sheep I'll bring ਖੁਦਾ back. ਕੀ ਕਰੇਗਾ? What will God ਖੁਦਾ do? ਤੈਨੂੰ ਮੁਬਾਰਕ ਕਹੇਗਾ। God will call you blessed. ਔਰ ਫਿਰ ਕੀ ਕਰੇਗਾ? And now what will ਜਿਹੜੇ you ਤੂੰ ਜਿੱਤ ਕੇ ਲਾਏਗਾ, the once you bring that soul ਖੁਦਾ ਤੈਨੂੰ back, ਇੱਕ ਔਰ ਤੋੜਾ ਦੇਗਾ। God will give you ਜੇ one more ਤੇਰੇ talent. ਅੰਦਰ ਇੱਕ ਵਰਦਾਨ ਕੰਮ ਕਰਦਾ If there is one gift ਤੇ working, ਤੇਰੇ ਅੰਦਰ ਉਸ ਤੋਂ ਬਾਅਦ 2 ਵਰਦਾਨ ਕੰਮ ਕਰਦਾ। now there will be 2 gifts ਜਿਹੜੇ ਤੂੰ working. ਦੋਵਾਂ 'ਚ ਵਫਾਦਾਰ ਰਹੇਗਾ, Now if you're faithful in ਫਿਰ those ਤੇਰੇ ਅੰਦਰ 2, 5 ਵਰਦਾਨ ਕੰਮ and ਕਰਨਗੇ। God will give you ਜੇ ਤੂੰ many 5 gifts. 'ਚ ਵਫਾਦਾਰ ਰਹੇਗਾ, If you're faithful in those 5, ਤੇਰੇ ਅੰਦਰ 10 ਵਰਦਾਨ ਕੰਮ। there will be 10 gifts you'll be possessing. ਖੁਦਾ ਤੈਨੂੰ ਦਿਨ ਬ ਦਿਨ ਤੈਨੂੰ ਵਧਾਉਂਦਾ ਜਾਏਗਾ। And day by day God will increase you. ਮੈਂ ਇਸੇ ਰੀਤ ਨਾਲ ਕੀਤੀ। And that's how I ਜਦ did. ਮੈਂ ਪ੍ਰਭੂ ਨੂੰ ਆਪਣਾ ਜੀਵਨ ਦਿੱਤਾ, When I gave my life to ਮੈਂ God, ਉਹਦੇ ਤੋੜੇ ਨੂੰ ਦੱਬਿਆ ਨਹੀਂ। I didn't bury his ਉਹਦਾ talent. ਜਿਹੜਾ ਤੋੜਾ ਮੈਨੂੰ ਮਿਲਿਆ, The talent that I ਮੈਂ ਉਹਨੂੰ received, ਇਸਤੇਮਾਲ ਕਰਦਾ ਆ ਰਿਹਾ। I continued ਮੈਂ ਉਹਨੂੰ using it. ਲਗਾਤਾਰ ਇਸਤੇਮਾਲ ਕਰਦਾ ਆ ਰਿਹਾ I kept using ਔਰ it. ਖੁਦਾ ਨੇ ਮੈਨੂੰ ਇਸਤੇਮਾਲ ਕੀਤਾ। And God used me 1 ਤੋਂ 2, from 1 to 2 ਤੋਂ 2, 4, 2 to 4, ਫਿਰ 5 ਹੋ ਗਏ, and then it changed to ਫਿਰ 5. ਮੈਂ ਡਾਊਨ ਹੋ ਗਿਆ। ਤੁਹਾਡੇ ਵਾਂਗੂ ਫਿਰ ਮੈਂ ਦੁਨੀਆ 'ਚ ਚਲਾ ਗਿਆ। Then I went back to the world, ਫਿਰ ਮੇਰਾ ਉਹ ਜਿਹੜੇ ਤੋੜੇ ਸੀ ਖੁੱਸ ਗਏ, and then the ਜਿਹੜੇ talent, ਵਰਦਾਨ ਸੀ ਮੇਰੇ 'ਚੋਂ ਖੁੱਸ ਗਏ। and then those gifts I ਕਦੀ started ਕਦੀ ਮੈਂ losing. ਲੋਕਾਂ ਦੀਆਂ ਦਿਲ ਦੀਆਂ ਗੱਲਾਂ ਬੁੱਝ ਲੈਂਦਾ ਸੀ। Sometimes
ਬਹੁਤ ਵਾਰੀ ਪੁੱਛੀ ਉਹਨਾਂ ਦੇ ਦਿਲ ਦੀ ਗੱਲ ਮੈਂ ਦੱਸ ਦਿੱਤੀ ਬਹੁਤ ਵਾਰੀ Many times I told people what was in their heart. ਇਹ ਕਿੱਦਾਂ ਖੋ ਗਿਆ How did it ਇਹ happen? ਖੋ ਕਿੱਦਾਂ ਗਿਆ How did it ਕਿਉਂਕਿ happen? ਮੈਂ ਉਹਦੇ 'ਚ ਬਰਾਬਰ ਨਹੀਂ Because I was walking in the ਵਫਾਦਾਰ ਨਹੀਂ wrong. ਰਿਹਾ I was not ਉਸ faithful. ਉਸ ਚੀਜ਼ ਨੂੰ ਮੈਂ ਸੰਭਾਲ ਕੇ ਨਹੀਂ ਰੱਖਿਆ I could not carry it ਜਿਵੇਂ ਤੁਸੀਂ ਆਪਣੇ ਘਰ ਵਿੱਚ ਆਪਣੇ 골ਡ ਨੂੰ ਲੋਕ ਵਿੱਚ ਰੱਖਦੇ ਸੰਭਾਲ ਕੇ ਰੱਖਦੇ ਆ like you keep ਗਲਤੀ gold ਨਾ in ਕਿਤੇ locker. ਇੱਧਰ ਉੱਧਰ ਹੋ ਜਾਏ And by mistake, if you lose it, ਤੁਸੀਂ ਪੂਰਾ ਘਰ ਫੋਲ ਛੱਡ ਦਿਓ you keep searching your ਜੇ whole ਪੁੱਤਰ house. ਆਤਮਾ ਦਾ ਵਰਦਾਨ ਖੋ ਜਾਏ If you lose the gifts of the Holy Spirit, ਪਰ ਮੁੜ ਕੇ ਪਾਉਣ ਦੀ ਕੋਸ਼ਿਸ਼ ਨਹੀਂ ਕਰ and we don't even try to ਮੈਂ find ਤੁਹਾਨੂੰ it ਆਪਣੀ ਗੱਲ again. ਕਰ ਰਿਹਾ I'm talking about ਮੈਂ myself. ਖੋਇਆ I lost. ਮੈਂ ਭਵਿੱਖਬਾਣੀ ਦਾ ਵਰਦਾਨ ਖੋਇਆ I lost the gift of ਕਈ prophecy. ਵਾਰੀ ਅਨੁਵਾਦ ਵੀ ਕੀਤਾ Sometimes I ਉਹ ਵੀ even ਖੋਇਆ I lost the gift ਮੈਂ ਕਈ ਵਾਰੀ of. ਦੁਆ ਕਰਕੇ ਖੁਦਾ ਨੂੰ ਕਈਆਂ ਬਾਰੇ ਪੁੱਛਿਆ ਵੀ ਹੈ। And many times I prayed and I asked God. ਖੁਦਾ ਨੇ ਮੈਨੂੰ ਦੱਸਿਆ God told me ਇਹ ਸੱਚਾਈ ਹੈ, it's true. ਇਹ ਸੱਚਾਈ ਹੈ It is true. ਮੈਨੂੰ ਦੱਸਣ 'ਚ ਕੋਈ ਹਰਜ ਵੀ ਨਹੀਂ ਹੈ I don't feel bad while ਮੈਂ sharing. ਬਹੁਤ that. ਕੁਝ ਖੋਇਆ I lost many things, ਲੇਕਿਨ ਹੁਣ ਮੈਂ ਫਿਰ ਦੁਆ ਕਰ ਰਿਹਾ but I am praying again. ਪ੍ਰਭੂ ਹੁਣ ਜੋ ਤੂੰ ਦੇਂਗਾ Lord, if this ਹੁਣ time ਮੈਂ you, ਕਦੀ ਖਾਊਂਗਾ ਨਹੀਂ I will never lose ਮੈਂ it. ਕਦੀ ਨਹੀਂ ਖਾਊਂਗਾ I will never lose it. ਮੈਂ ਹੁਣ ਖੁਦਾ ਕੋ ਮਿਹਨਤ ਨਾਲ ਪ੍ਰਾਪਤ ਕਰ ਰਿਹਾ And with hard work, I'll ask. ਅੱਗੇ ਮੈਨੂੰ ਦਇਆ ਨਾਲ ਬਰਕਤ ਮਿਲੀ ਸੀ Initially, I ਉਹਦੀ received by ਕਿਰਪਾ mercy. ਮੇਰੇ ਤੇ ਹੋਈ ਤੇ ਮੈਨੂੰ ਇਹ ਵਰਦਾਨ ਮਿਲੇ He had mercy on me, gave me the ਪਰ gift. ਹੁਣ ਮੈਂ ਦੁਆ ਕਰਦਾ ਰਹਿੰਦਾ But now I pray. ਇਹ ਸੱਚ ਹੈ It is true. ਜਿਹੜੇ ਮਾਂ-ਬਾਪ ਦੀ ਦੌਲਤ ਹੁੰਦੀ ਨਾ When you have the ਉਹ wealth of your parents, ਬੱਚੇ ਉਡਾ ਦਿੰਦੇ ਕਈ ਬੱਚੇ and parents, they just ਜਿਹੜੇ finish ਮਿਹਨਤ it. ਨਾਲ ਕਮਾਈ ਕਰੋਗੇ But when you work ਫਿਰ ਪਤਾ yourself hard, ਲੱਗੇਗਾ ਕਿੰਨੀ ਮੁਸ਼ਕਲ ਹੈ and then you realize how difficult it ਬਹੁਤ is to ਲੋਕ earn. ਇਦਾਂ ਜਿਹੜਾ ਫ੍ਰੀ ਦੀ ਕਮਾਈ ਹੁੰਦੀ ਆ There are many people who ਉੱਥੇ just ਬੱਚੇ enjoy. ਸਾਡੇ ਐਸ਼ ਕਰਦੇ ਆ We enjoy free. ਜਿਹੜੇ ਅਸੀਂ ਮਿਹਨਤ ਕਰਾਂਗੇ But when we work ਫਿਰ hard, ਸਾਨੂੰ ਇਦਾਂ ਲੱਗੇਗਾ ਅਸੀਂ ਬੜੀ ਮਿਹਨਤ ਨਾਲ ਕਮਾਏ ਆ। then we'll realize that we ਤੈਨੂੰ ਮੈਂ are. ਐਵੇਂ ਦੇ ਦਵਾਂ ਇਹ ਮਿਹਨਤ ਨਾਲ ਕਮਾਏ ਆ। Should I give you freely ਮੈਂ like ਵੀ ਆਪਣੇ that? ਬਾਪ ਦੀ ਕਮਾਈ ਜਿਹੜੀ ਸੀ ਉਹਨੂੰ ਉਡਾਤਾ The one that I took from my ਮੈਨੂੰ dad, ਦਇਆ ਨਾਲ ਵਰਦਾਨ ਮਿਲੇ ਸੀ I received it by ਪਰ mercy, ਖੋ ਦਿੱਤੇ but I lost them. ਹੁਣ ਮੈਂ ਮਿਹਨਤ ਕਰ ਰਿਹਾ Now I'm working ਜਿਲੇ hard. ਮੈਂ ਘੁਟਨਿਆਂ ਤੇ ਰਹਿਣਾ When I am on my knees, ਰਾਤੀ ਮੈਂ ਅਚਾਨਕ ਰੋਂਦਾ ਰਿਹਾ ਅੰਦਰ ਬਹਿ ਕੇ whole night yesterday I was ਮੈਂ crying. ਖੁਦਾ ਨੂੰ ਦੁਪਹਿਰੇ ਕਿਹਾ ਤੇ ਪ੍ਰੇਅਰ ਕਰਕੇ 2 ਘੰਟੇ ਬਾਅਦ ਦਿਲ ਉੱਪਰ ਚਲਾ ਗਿਆ In the afternoon, I prayed here for 2 ਮੈਂ hours. ਕੋਠੇ and ਤੇ I ਜਾ went. ਕੇ ਕਿਹਾ ਮੈਂ ਇੱਥੇ ਪ੍ਰਭੂ ਨੂੰ ਇੱਥੇ ਕਹਿ ਕੇ ਗਿਆ ਸੀ I told God right here, ਪਰਮੇਸ਼ਰ ਮੇਰੇ ਅਥਰੂ ਸੁੱਕ ਗਏ Lord, my tears are ਤੇਰੇ dry. ਲੋਕਾਂ ਲਈ ਮੇਰੇ ਅੰਦਰ ਦਇਆ ਘਟ ਗਈ ਹੈ Now there is less mercy in my ਪ੍ਰਭੂ heart. ਮੇਰੇ ਆਂਸੂ ਸੁੱਕ ਗਏ Lord, there are no more tears in my ਮੈਨੂੰ eyes. ਆਂਸੂ ਦੇ Lord, grant me ਮੈਂ tears. ਤੋਂ 2 ਘੰਟੇ ਪ੍ਰੇਅਰ ਕਰਕੇ ਉੱਪਰ ਚਲਾ ਗਿਆ After praying for 2 ਜਿਲੇ hours, I ਸਭ went ਲੋਕ up. ਚਲੇ ਗਏ When everyone ਮੈਂ left, ਦਰਵਾਜ਼ਾ ਬੰਦ ਕੀਤਾ I closed the door. ਮੈਂ ਫੋਨ ਚੱਕਿਆ I took my phone. ਮੈਂ ਕੋ ਦੇਖ ਰਿਹਾ ਸੀ I was watching something, ਮੇਰੀ ਅੱਖਾਂ 'ਚੋਂ ਆਂਸੂ ਆ and tears started ਮੈਂ flowing from ਫੋਨ my ਬੰਦ eyes. ਕੀਤਾ I turned off the phone, ਮੈਂ ਘੱਟ ਤੋਂ ਘੱਟ ਪੌਣਾ ਘੰਟਾ ਸੋਨਾ ਪ੍ਰੇਅਰ ਕੀਤਾ and from quarter to 2 ਔਰ ਪ੍ਰਭੂ hours, ਦਾ ਮੈਂ ਥੈਂਕਸ ਕੀਤਾ I thank God. ਪ੍ਰਭੂ ਤੂੰ ਮੈਨੂੰ ਆਂਸੂ ਦਿੱਤੇ Lord, grant me ਮੈਂ tears. ਖੋਤੇ ਸੀ I had lost them. ਜਿਹੜੀ ਆਂਸੂਆਂ ਦੀ ਪ੍ਰਾਰਥਨਾ ਆ And the prayer with tears, ਇਹ ਕਿਸੇ ਵਰਦਾਨ ਨੂੰ ਵੀ ਲਾਏਗੀ now it can bring any gift. ਪਵਿੱਤਰ ਆਤਮਾ ਦੇ ਕਿਸੇ ਵਰਦਾਨ ਨੂੰ ਵੀ ਤੇਰੇ ਅੰਦਰ ਪੈਦਾ ਕਰਦਾ It can create any gift of God. ਆਂਸੂ in ਹੀ you. ਇੱਕ ਇਦਾਂ ਦੀ ਤਾਕਤ ਆ Now the tears are the ਤੇਰੇ power. ਪਰਮੇਸ਼ਰ ਨੂੰ ਵੀ ਮਜਬੂਰ ਕਰ ਦੇਗੀ It can even constrain ਕਿਸੇ God. ਨਾਲ ਵੀ ਸਾਡੀ ਕਿੰਨੀ ਵੀ ਲੜਾਈ ਚ ਕਿੰਨੀ ਵੀ ਪ੍ਰੋਬਲਮ ਹੋਵੇ Many times when we have ਜਿਹੜੇ disputes ਮੈਂ with ਆਂਸੂਆਂ people, ਦੇ ਸਾਹਮਣੇ ਜਾ ਕੇ ਸੌਰੀ ਕਹੂੰਗਾ but when we say sorry to the person in ਕਿੰਨਾ ਵੀ ਮਨ tears, ਸਖਤ ਹੋਵੇ and that person, ਉਹਦਾ ਮਨ ਟਲ ਜਾਏਗਾ his person's heart would change. ਮੈਂ ਬਹੁਤ ਲੋਕਾਂ ਨੂੰ ਦੇਖਿਆ I've seen many ਕੰਮ people, ਤੇ ਗਏ they go to work ਉਹਨੇ ਜਾ ਕੇ ਉਸ ਅਫੀਸਰ ਦੇ ਕੇ ਮਿਹਨਤ ਕੀਤੀ and then they worked hard. ਸਰ ਮੇਰੇ ਛੋਟੇ ਛੋਟੇ ਬੱਚੇ ਆ They said, they requested I have ਮੈਂ ਉਸ got ਮੁਲਾਜ਼ਮ scholarship. ਦਾ ਨਾਮ ਨਹੀਂ ਲਵਾਂਗਾ I will not call out the name of the ਮੈਂ ਉਹਨੂੰ ਦੁਆ employee. ਕੀਤੀ I requested, ਉਹ ਆਪਣੇ ਕਮਾਂਡਰ ਕੋ ਗਿਆ he went to his ਉਹਨੇ commander ਰਿਕੁਐਸਟ ਕੀਤੀ and he requested ਮੈਂ further. ਕਿਹਾ ਤੂੰ ਚਲਾ ਜਾ I said, you go. ਨਰਮਤਾਈ ਨਾ ਕਹਿ Humility, I said that. ਜਿਲੇ ਤੂੰ ਕਹੇਂਗਾ ਆਪਣੇ ਕਮਾਂਡਰ ਨੂੰ When you say this to ਉਹਦਾ your, ਮਨ ਟਲ ਜਾਏਗਾ and then their heart ਉਹਨੇ will ਬੜੀ change. ਨਰਮਤਾ ਨਾਲ ਮੇਰੇ ਕਮਾਂਡਰ ਨੂੰ ਕਿਹਾ With humility, he said ਮੇਰੀਆਂ that. 3 ਬੇਟੀਆਂ I've got 3 ਮੇਰਾ daughters. ਇੱਕ ਬੇਟਾ ਹੈ। I've got 1 son. ਸਰ ਉਹ ਯੰਗ ਆ The boy is ਮੈਂ young. ਉਹਨਾਂ ਨਾਲ ਮੈਰਿਜ ਕਰਨੀ ਉਹਨਾਂ ਦੀ ਮੈਰਿਜ ਕਰਨੀ ਹੈ I want them to get married. ਤੇ ਪਲੀਜ਼ ਮੇਰਾ ਤਾਂ ਰੋਟੀ ਤੋਂ ਵੀ ਮੁਸ਼ਕਲ ਹੈ। Have mercy on me. ਮੈਂ ਜਿਹੜੀਆਂ ਪਿਛਲੀਆਂ ਗਲਤੀਆਂ ਕੀਤੀਆਂ And the mistakes that I did in the past, ਮੈਂ ਉਹਦੇ ਲਈ क्षमा ਚਾਹੁੰਦਾ I ask for ਅੱਗੇ forgiveness. ਤੋਂ ਤੁਹਾਨੂੰ ਕਦੀ ਕੁਝ ਕਹਿਤ ਨਹੀਂ ਆਏਗਾ You will never get any complaint about me. ਉਹ ਜਿਹੜਾ ਕਮਾਂਡਰ ਸੀ ਪੀਏਪੀ ਦਾ And the one who was a commander in ਉਹਦਾ PAP, ਮਨ ਪਿਘਲ ਗਿਆ
His heart got melted ਉਹਨੇ ਉਹਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ। and he hired him ਮੈਂ again. ਤੁਹਾਨੂੰ ਦੱਸਣਾ ਚਾਹੁੰਦਾ, I want to tell you, ਜਿਹੜੇ ਅਸੀਂ ਪਰਮੇਸ਼ਰ ਦੇ ਸਾਹਮਣੇ ਜਾਂਦੇ ਹਾਂ when we go before God ਤੇ ਆਸੋ ਨਾਲ ਰੋ ਕੇ ਕਹਿੰਦੇ, and when we pray with tears, ਪ੍ਰਭੂ ਮੇਰੇ ਕੋਲ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ, Lord, there are many ਬਹੁਤ mistakes ਸਾਰੇ that I've ਪਾਪ ਹੋ ਗਏ, there are many sins that ਉਹਦੇ I've ਲਈ ਮੈਂ committed. क्षमा ਚਾਹੁੰਦਾ, Lord, forgive me. ਮੈਨੂੰ क्षमा ਕਰ, Forgive me. ਚਮਤਕਾਰ ਦੇਖੋਗੇ, Forgive me. ਚਮਤਕਾਰ ਦੇਖੋਗੇ। Forgive me, Lord. ਜਿਸ ਸੰਸਾਰ ਦਾ ਕਮਾਂਡਰ ਪਿਘਲ ਸਕਦਾ, And if the commander of the world can get ਬਾਈਬਲ ਦਾ changed, ਖੁਦਾ ਤਾਂ ਇੰਨਾ ਨਰਮ ਆ, and the God of the ਉਹ Bible is ਤੇਰੇ so ਆਸੋ humble, ਨੂੰ ਦੇਖ ਹੀ ਨਹੀਂ ਸਕੇਗਾ। He can't see you crying. ਇਸ ਤਰ੍ਹਾਂ ਤੁਸੀਂ ਪਰਮੇਸ਼ਰ ਤੋਂ ਆਸ਼ੀਸ਼ ਪ੍ਰਾਪਤ ਕਰ ਸਕਦੇ। Like that we can ਮੈਂ ਤੁਹਾਨੂੰ receive ਦੱਸਣਾ blessings. ਚਾਹੁੰਦਾ, I want to tell you ਇਸ ਨੌਕਰ ਦੇ ਬਾਰੇ, about this ਇਹ ਉਹ servant. ਨੌਕਰ ਆ ਜਿਨ੍ਹਾਂ ਨੇ ਐਸ਼ਪ੍ਰਸਤੀ ਕੀਤੀ, This is a servant who ਨਾਲ really ਦਿਆਂ enjoyed- ਦੀਆਂ ਨਾਲ ਦਿਆਂ ਨੂੰ ਨਿੰਦਿਆ ਚੁਗਲੀ ਕਈ ਕੁਝ ਕਰਨਾ ਸ਼ੁਰੂ ਕਰਤਾ। and he did many evil things. ਇਹ ਨਿਸ਼ਚਿਤ ਹੋ ਕੇ ਇਹਨੂੰ ਕੋਈ ਫਿਕਰ ਨਹੀਂ, ਇਹ ਆਪਣੀ ਐਸ਼ ਆਰਾਮ 'ਚ ਪੈ ਗਿਆ। He was leisurely living. ਪ੍ਰਭੂ with God ਯਿਸੂ of- ਮਸੀਹ ਨੇ ਕੀ ਕਿਹਾ ਇਹਦੇ ਬਾਰੇ, And what did God said about him? ਪੜਾਂਗੇ ਇਸ ਲਾਈਨ ਨੂੰ, We'll read this verse. ਪੜੀਏ ਕੀ ਲਿਖਿਆ, ਕੀ ਕਿਹਾ। ਉਹ ਨੌਕਰ ਜਿਹੜਾ ਆਪਣੇ ਮਾਲਕ ਦੀ ਮਰਜ਼ੀ ਜਾਣਦਾ ਸੀ, ਤੁਸੀਂ ਜਾਣਦੇ ਹੋ, ਤੁਸੀਂ ਬਾਈਬਲ ਵੀ ਪੜ੍ਹੀ, ਤੁਹਾਨੂੰ ਪਤਾ ਆ ਕਿ ਪਰਮੇਸ਼ਰ ਆਪਣੀ ਇੱਛਾ, ਕਿਹੜੀ ਇੱਛਾ ਚਾਹੁੰਦਾ ਮੇਰੇ ਵਿੱਚੋਂ। ਪਰਮੇਸ਼ਰ ਜਾਣਦਾ ਤੁਹਾਡੇ ਬਾਰੇ, ਤੁਸੀਂ ਵੀ ਜਾਣਦੇ ਹੋ ਉਹਦੇ ਬਾਰੇ ਕਿ ਸਾਨੂੰ ਖੁਦਾ ਇਹਨਾਂ ਚੀਜ਼ ਮਨਾ, ਫਿਰ ਵੀ ਅਸੀਂ ਆਪਣੀ ਮਰਜ਼ੀ ਕਰ ਰਹੇ ਹਾਂ। ਖੁਦਾ ਤੈਨੂੰ ਪੁੱਛੇਗਾ, ਜਿਲੇ ਤੂੰ ਇੱਥੋਂ ਜਾਏਗਾ ਕੂਚ ਕਰਕੇ, ਪਰਮੇਸ਼ਰ ਸਾਹਮਣੇ ਖੜਾ ਹੋਏਗਾ, ਤੇਰਾ ਸਿਰ ਝੁਕ ਜਾਏਗਾ। ਮੈਂ ਤੁਹਾਨੂੰ ਦੱਸਦਾ ਫਿਰ ਤੁਸੀਂ ਕੀ ਕਰੋਗੇ, ਫਿਰ ਤੁਸੀਂ ਕੀ ਜਵਾਬ ਦੋਗੇ। ਇਸ ਤਰ੍ਹਾਂ ਹੀ ਲਿਖਿਆ ਹੈ। And when you leave this world and go before God, and if God asks you, what will you answer? You will bow before Him. ਪੜ੍ਹੀਏ ਅੱਗੇ। ਪਰ ਤਿਆਰੀ ਨਾ ਕੀਤੀ, ਪਰ ਇਹਨੇ ਸੁਣਿਆ, ਸਾਰਾ ਕੁਝ ਜਾਣਦਾ, ਪਰ ਇਹਨੇ ਆਪਣੇ ਮਾਲਕ ਦੇ ਲਈ ਆਉਣ ਦੇ ਲਈ, ਉਹਨੂੰ ਪਤਾ ਉਹ ਆ ਰਿਹਾ ਰਸਤਾ ਲੈਣ, ਤਿਆਰੀ ਨਹੀਂ ਕੀਤੀ, ਨਾ ਉਸ ਦੀ ਮਰਜ਼ੀ ਮੁਜਬ ਕੰਮ ਕੀਤਾ, ਨਾ ਉਹਦੀ ਮਰਜ਼ੀ ਮੁਤਾਬਕ ਕੰਮ ਕੀਤਾ। ਬਹੁਤ ਮਾਰ ਖਾਵੇਗਾ। ਇਹ ਨੋਟ ਕਰ ਲਓ, ਮੈਂ ਪ੍ਰਚਾਰ ਕਰੀ ਜਾਣਾ, ਜਿਲੇ ਪਰਮੇਸ਼ਰ ਨੇ ਤੁਹਾਡਾ ਹਿਸਾਬ ਪੁੱਛਣਾ, ਇੰਨੀ ਮਾਰ ਪਏਗੀ। ਮੈਂ ਤੁਹਾਨੂੰ ਦੱਸਿਆ ਪਿਛਲੀ ਵਾਰੀ, ਉਸ ਲੇਡੀ ਦਾ ਨਾਮ ਲਿੱਤਾ, ਮੈਂ ਉਹਦੀ ਦੁਆ ਕੀਤੀ, ਇਹ ਜਗ੍ਹਾ ਤੇ ਉਹ ਡਿੱਗੀ, ਜਨਾਚੇ ਗਿਰ ਗਈ ਸੀ। ਜਨਾਚੇ ਵੀ ਕਿਵੇਂ ਡਿੱਗੀ ਮੈਨੂੰ ਦੱਸਣ ਤੇ ਕੋਈ ਸ਼ਰਮ ਨਹੀਂ। ਉਹਦੇ ਘਰ ਇੱਕ ਫੁੱਟਬਾਲ, ਉਹ ਫੁੱਟਬਾਲ ਸਿੰਦੀ ਸੀ, ਉਹਦੇ ਘਰ ਇੱਕ ਫੁੱਟਬਾਲ ਕੰਮ ਲੈ ਕੇ ਦਿੰਦਾ ਸੀ, ਫੁੱਟਬਾਲ ਲੈ ਜਾਂਦਾ ਸੀ। ਇੰਨੇ ਇਹਨਾਂ ਦਾ ਰਿਸ਼ਤਾ ਬਣ ਗਿਆ, ਦੇਖਣ ਨੂੰ ਅੱਛਾ ਹੋਏਗਾ ਲੜਕਾ, ਉਹਨੇ ਉਹਦੇ ਨਾਲ ਜਿਨਾਕਾਰੀ ਕਰ ਲਈ। ਇੱਥੇ ਮੈਂ ਉਹਦੇ ਲਈ ਦੁਆ ਕੀਤੀ, ਮੂੰਹ ਭਰਨੇ ਡਿੱਗੀ, ਖੇਲੀ, ਚਲਾਈ, ਬਹੁਤ ਚਲਾਈ। ਮੈਨੂੰ ਪੁੱਛਿਆ, ਬਦਰੂ ਨੂੰ ਕਿਆ ਨਿਕਲੇ, ਜਿਨਾ ਦੀ ਆਤਮਾ ਨਿਕਲ ਜਾ, ਨਿਕਲ ਗਈ। ਮੈਨੂੰ ਪੁੱਛਿਆ ਹੋਇਆ ਕੀ, ਕਹਿੰਦੀ ਇੱਕ ਸਵਰਗਦੂਤ ਸੀ, ਮੈਂ ਤੁਹਾਨੂੰ ਪਿੱਛੇ ਦੇ ਦੱਸਿਆ ਸੀ ਨਾ, ਬਰਾਨੇ ਖਾਚੋਂ ਉਹ ਕੋੜੇ ਮਾਰਦਾ, ਕਿਹੜਾ ਬਾਪ ਜਿਹੜਾ ਉਹਨੇ, ਸਵਰਗਦੂਤ ਨੇ ਉਹਨੂੰ ਇੱਥੇ, ਕਹਿੰਦੀ ਉਹਦੇ ਹੱਥ 'ਚ ਹੈਂਟਰ ਫੜਿਆ ਸੀ, ਉਹ ਮੈਨੂੰ ਹੈਂਟਰ ਨਾ ਮਾਰ ਦੋ, ਤੇ ਮੈਨੂੰ ਬਹੁਤ ਤਕਲੀਫ ਹੋ ਰਹੀ ਸੀ। ਉਹ ਘੱਟ ਘੱਟ 10-15 ਮਿੰਟ ਖੇਲਦੀ ਰਹੀ, ਉਸ ਤੋਂ ਬਾਅਦ ਠੀਕ ਹੋ ਗਈ। ਫਿਰ ਉਹਨੇ ਆਪਣੇ ਪਾਪ ਤੋਂ ਪ੍ਰਾਚਿਤ ਕੀਤਾ ਮੇਰੇ ਕੋਲੋਂ ਕਿ ਭਾਜੀ ਇਹ ਗੱਲ ਹੋ ਗਈ, ਮੈਨੂੰ क्षमा ਕਰ। ਮੈਂ ਲਈ ਦੁਆ ਕੀਤੀ, ਮੈਨੂੰ ਇੱਕ ਗੱਲ ਕਹੀ, ਯਿਸੂ ਜੀ ਨੇ ਕਿਹਾ, ਦੇਖ ਹੁਣ ਤੂੰ ਚੰਗੀ ਹੋ ਗਈ, ਚੰਗਾ ਹੋ ਗਿਆ, ਮੁੜ ਕੇ ਪਾਪ ਨਾ ਕਰੀ, ਨਹੀਂ ਤਾਂ ਅੱਜ ਤੱਕ ਤੇਰੇ ਸਿਰਫ ਹੈਂਟਰ ਪਏ ਆ। ਫਿਰ ਪਰਮੇਸ਼ਰ ਇਦਾਂ ਦੀ ਬਿਮਾਰੀ ਭੇਜੇਗਾ ਜਿਹਨਾਂ ਤੈਨੂੰ ਤੜਫ ਤੜ ਕੇ ਮਰਨਾ ਪਏਗਾ। ਜਿਹੜੇ ਲੋਕ ਜਨਾਕਾਰੀ 'ਚ ਡਿੱਗਦੇ ਹਨ, ਉਹਦੇ ਬਾਰੇ ਮੈਂ ਸੁਣਨਾ ਚਾਹੁੰਦਾ, ਇੱਕ ਸਾਦਕ ਨਾਮ ਦਾ ਵਿਅਕਤੀ, ਉਹਨੇ ਆਪਣੀ ਵਾਈਫ ਦੇ ਹੁੰਦੇ ਉਹਦੀ ਲੜਕੀ ਇੱਕ ਸ਼ਾਪ ਤੇ ਕੰਮ ਕਰਨ ਲੱਗੀ, ਛੋਟੀ ਜਿਹੀ ਉਹਦੀ ਦੁਕਾਨ ਸੀ, ਲੈਬੋਰਟਰੀ ਡਾਕਟਰ ਦੀ ਦੁਕਾਨ ਸੀ ਦੀ। ਉਹਦੇ ਨਾਲ ਦਾ ਰਿਸ਼ਤਾ ਹੋ ਗਿਆ। ਉਸ ਲੜਕੀ ਨੂੰ ਆਪਣਾ ਪਰਿਵਾਰ ਨੇ ਬਹੁਤ ਮਿੰਨਤਾਂ ਕੀਤੀਆਂ, ਉਹਨੇ ਮੈਰਿਜ ਕਰ ਲਈ। ਉਹਦੀਆਂ ਕਿਡਨੀਆਂ ਖਰਾਬ ਹੋ ਗਈਆਂ ਨਾ, ਤੜਫ ਤੜ ਕੇ ਮਰਿਆ, ਬਹੁਤ ਦੁੱਖ ਦੇ ਵਿੱਚ। ਜਨਾਹ ਦਾ ਪਾਪ ਪੇਟ ਦੀਆਂ ਬਿਮਾਰੀਆਂ ਨੂੰ ਪੈਦਾ ਕਰਦਾ। ਇੱਕ ਮੈਂ ਬੁੱਕ ਪੜ੍ਹੀ, ਇਹੋ ਜਿਹੇ ਲੋਕ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਹਨ, ਮਾਨਸਿਕ ਤੌਰ ਤੇ ਉਦਾਸ ਹੁੰਦੇ ਹਨ, ਪਰੇਸ਼ਾਨੀ ਚ ਰਹਿੰਦੇ ਹਨ।
ਇਹਦੇ ਬਾਰੇ ਮੈਂ ਪੜ੍ਹਿਆ। ਮੇਰੇ ਭੈਣ ਭਰਾਓ, ਫਿਰ ਮੇਰੇ ਕੋਲ ਪ੍ਰੇਰ ਇੱਥੇ ਲੈ ਕੇ ਆਏ, ਉਹਨਾਂ ਦੀ ਇੱਥੇ ਕੁਰਸੀ ਵਿਰਚ ਦੀ। ਮੈਨੂੰ ਪਤਾ ਸੀ ਇਹਨੇ ਠੀਕ ਨਹੀਂ ਹੋਣਾ, ਇਹਨੇ ਮਰ ਜਾਣਾ। ਬਹੁਤ ਤੜਫ ਕੇ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਪਵਿੱਤਰ ਆਤਮਾ ਪਾਇਆ ਹੈ ਵਿਅਕਤੀ ਸਮਸੂਨ, ਉਹ ਵੀ ਇਸੇ ਪਾਪ 'ਚ ਮਰਿਆ। ਉਹਦੀ ਕੰਡੀਸ਼ਨ ਵੀ ਬਹੁਤ ਬੁਰੀ ਤਰ੍ਹਾਂ। ਜਿਹੜਾ ਆਦਮੀ ਇਸ ਲੜਕੀ ਜਵਾਨ ਔਰਤ ਇਸ ਪਾਪ 'ਚ ਚਲੀ ਜਾਂਦੀ, ਉਹ ਬਿਮਾਰੀ ਵਿੱਚ ਬੁਰੀ ਘਾਤਕ ਤਰੀਕੇ ਨਾਲ ਮਰੀ। ਉਹਦਾ ਹਾਲ ਮੰਦਾ ਹੋਇਆ, ਮਾਨਸਿਕ ਤੌਰ ਤੇ ਪਰੇਸ਼ਾਨੀ ਰਹਿੰਦੀ ਹੈ, ਆਦਮੀ ਨੂੰ ਸ਼ਾਂਤੀ ਨਹੀਂ ਰਹਿੰਦੀ, ਇਹੋ ਜਿਹੇ ਲੋਕਾਂ ਕੋਲ ਸਕੂਨ ਨਹੀਂ ਹੁੰਦਾ, ਹਰ ਵਕਤ ਉਹਦੇ ਅੰਦਰ ਹੋਰ ਸਿਸਟਮ ਚੱਲਦਾ ਰਹਿੰਦਾ। ਇਹਨਾਂ ਦੇ ਹਾਲਾਤ ਖਰਾਬ। ਇਹਦੇ ਬਾਰੇ ਮੈਨੂੰ ਇੱਕ ਦਿਨ ਪ੍ਰੀਚ ਕਰਨਾ, ਮੈਨੂੰ ਕਰਨਾ ਹੈ। ਮੇਰਾ ਮੈਸੇਜ ਇਹ ਪਿਆ ਆ, ਮੈਨੂੰ ਦੱਬ ਕੇ 2-3 ਹਫ਼ਤੇ ਪ੍ਰੀਚ ਕਰਨਾ। ਇਹਨਾਂ ਲੋਕਾਂ ਨਾਲ ਕੀ ਹੋਵੇਗਾ। ਮੈਂ ਤੁਹਾਨੂੰ ਜਿੰਨੀਆਂ ਬੁੱਕਾਂ ਪੜ੍ਹੀਆਂ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਸਕਦਾ ਖੁੱਲ੍ਹ ਕੇ। ਮੇਰੇ ਭੈਣ ਭਰਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪ੍ਰਭੂ ਦੇ ਵਿੱਚ ਪਛਤਾਪ ਕਰਨ ਦੇ ਨਾਲ ਜੀਏ। ਪ੍ਰਭੂ ਹੋ ਗਿਆ ਹੈ, ਮੈਂ ਭੁੱਲ ਗਿਆ ਸੀ, ਮੈਂ ਤੇਰਾ ਕੰਮ ਕਰਨ ਦੀ ਸਰ ਕੇ ਮੈਨੂੰ ਮਸਾ ਕੀਤਾ ਪੁੱਤਰ ਆਤਮਾ ਦੁਆਰਾ। ਮੈਂ ਪ੍ਰਾਚਿਤ ਕਰਦਾ, ਮੈਨੂੰ क्षमा ਕਰ। ਜੇ ਤੁਸੀਂ ਸਵਰਗ ਜਾਣਾ ਚਾਹੁੰਦੇ ਹੋ, ਜੇ ਨਰਕ ਜਾਣਾ ਚਾਹੁੰਦੇ ਹੋ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਬਿਮਾਰੀਆਂ ਨਾਲ ਜਕੜੇ ਰਹਿਣਾ ਚਾਹੁੰਦੇ ਹੋ ਤੇ ਫਿਰ ਹਾਲਾਤ ਇਹੀ ਰਹੇਗਾ। ਇੱਥੇ ਵੀ ਦੁੱਖ ਸਹੋਗੇ, ਇੱਥੋਂ ਜਾਣ ਤੋਂ ਬਾਅਦ ਵੀ ਪ੍ਰੋਬਲਮ ਰਹੇਗੀ ਨਰਕ ਦੇ ਵਿੱਚ। ਇਹ ਬਾਈਬਲ। Now, the people who are affected with the spirit of adultery, it produces a lot of stomach problems, and there are many things about such people. I would like to share it someday, and it will go on 2 to 3 days. Now, if we have fallen into sin, it is better for us to repent and come back to God and confess our sins. यही गल यीशु मसीह ने कही। ये व्यक्ति आश्रम, Now this person started enjoying in revelry. इन्हें प्रभु ने कुछ नहीं किया। He didn't do anything for God. जिले वो आवेगा, When God comes, ते ऐसे जे विश्वासी ना की करेगा। then what will God do with such believers? पढ़िए अगले लाइन की लिखा। Let's read the next verse. ਪਰ ਜਿਹੜਾ ਨਹੀਂ ਸੀ ਜਾਣਦਾ, ਜਿਹੜਾ ਨਹੀਂ ਸੀ ਜਾਣਦਾ ਅਤੇ ਮਾਰ ਖਾਣ ਦੇ ਯੋਗ ਕੰਮ ਕੀਤਾ, ਮਾਰ ਖਾਣ ਦੇ ਯੋਗ ਨੇ ਕੰਮ ਕੀਤਾ, ਉਹ ਥੋੜੀ ਮਾਰ ਖਾਵੇਗਾ, ਕਿਉਂਕਿ ਉਹ ਕਹਿ ਸਕੇਗਾ ਪ੍ਰਭੂ ਮੈਨੂੰ ਇਹਦੇ ਬਾਰੇ ਪਤਾ ਨਹੀਂ। ਉਹ ਕਹੇਗਾ ਮੈਨੂੰ ਨਹੀਂ ਪਤਾ। ਤੇ ਜਿਹੜਾ ਜਾਣਦਾ ਸੀ, ਹਾਂ, ਉਹ ਬਹੁਤੀ ਮਾਰ ਖਾਵੇਗਾ। ਉਹ ਬਹੁਤੀ ਮਾਰ ਖਾਵੇਗਾ। ਜਿਹਨੇ ਅੱਜ ਪ੍ਰਚਾਰ ਸੁਣਿਆ, ਜਿਹਨੇ ਪਿਛਲੇ ਸੰਡੇ ਸੁਣਿਆ, ਟੁੱਟ ਗਿਆ। ਪਰਮੇਸ਼ਰ ਦੇਹੀ ਦਾ ਅੰਗ ਤੁਸੀਂ ਨਹੀਂ ਗਏ, ਤੁਸੀਂ ਜਾਣਦੇ ਸੀ ਪਰ ਕਿਸੇ ਪੇੜ ਗਵਾਚੀ ਕੋ ਨਹੀਂ ਗਏ, ਤੁਹਾਨੂੰ ਬਹੁਤੀ ਮਾਰ ਪਏਗੀ। ਬਾਈਬਲ ਕਹਿੰਦੀ ਜਿਹਨੂੰ ਨੌਲੇਜ ਨਹੀਂ ਬਾਈਬਲ ਦੀ, ਮੈਂ ਪਰਮੇਸ਼ਰ ਦਾ ਦਾਸ, ਬਹੁਤ ਅੱਛਾ ਰੱਬ ਦਾ ਜਾਨ, ਬਹੁਤਾ ਹੀ ਅੱਛਾ ਮੈਂ ਕਹਿ ਸਕਦਾ। ਇੱਕ ਵਾਰੀ ਮੈਂ ਉਹਦੇ ਨਾਲ ਗੱਲ ਕੀਤੀ, ਉਹ ਡਰ ਗਿਆ। ਉਹਨੇ ਮੈਨੂੰ ਪਤਾ ਕੀ ਜਵਾਬ, ਮੈਨੂੰ ਨਹੀਂ ਪਤਾ ਉਹਨੇ ਕਿਸ ਤਰ੍ਹਾਂ ਦੇ ਦਿੱਤਾ। ਮੈਂ ਉਹਨੂੰ ਅੱਛਾ ਕਹਿ ਸਕਦਾ, ਬਹੁਤ ਅੱਛਾ ਪ੍ਰਭੂ ਦਾ ਦਾਸ। ਕਹਿੰਦਾ ਪਾਰੀ ਸਾਹਿਬ ਮੈਂ ਇਸੇ ਲਈ ਬਹੁਤੀ ਬਾਈਬਲ ਨਹੀਂ ਪੜ੍ਹਦਾ। ਮੈਂ ਕਿਹਾ ਕਿਉਂ? ਕਹਿੰਦਾ ਬਾਈਬਲ 'ਚ ਲਿਖਿਆ ਜਿਹਨੂੰ ਜ਼ਿਆਦਾ ਬਾਈਬਲ ਆ ਜਾਣਦੇ ਆ ਉਹ ਨਹੀਂ ਪੂਰੇ ਕਰਦੇ, ਉਹਨੂੰ ਜ਼ਿਆਦਾ ਮਾਰ ਪੈਣੀ। ਉਹ ਪਾਸਟਰ ਨੂੰ ਵੀ ਪੈਣੀ ਆ। ਪਾਸਟਰ ਬਚੇਗਾ ਨਹੀਂ। ਜੇ ਸੋਚੋ ਜੇ ਵਿਸ਼ਵਾਸੀ ਨਹੀਂ ਬਚਣ ਤਾਂ ਪਾਸਟਰ ਨੇ ਵੀ ਕਿਹੜਾ ਬਚਣਾ। ਲਿਖੋ ਕਹਿੰਦਾ ਮੈਂ ਬਹੁਤੀ ਬਾਈਬਲ ਨਹੀਂ ਪੜ੍ਹਦਾ, ਮੈਨੂੰ ਪਤਾ ਜਿੰਨਾ ਮੈਂ ਜਾਣੂਗਾ ਮੈਨੂੰ ਬਹੁਤੀ ਮਾਰ ਪਊਗੀ, ਜੇ ਮੈਂ ਜਿੰਨਾ ਘੱਟ ਜਾਊਂ ਘੱਟ ਮਾਰ ਪਊਗੀ। ਮੈਂ ਕਿਹਾ ਸੋਚ ਕੇ ਉਹਦੀ ਗੱਲ ਤੋਂ ਹੈਰਾਨ ਬੜਾ ਹੋਇਆ। ਮੇਰਾ ਜਵਾਬ ਨਹੀਂ ਸੀ ਉਹਦੇ ਸਾਹਮਣੇ ਕੋਈ ਵੀ। ਮੈਨੂੰ ਨਹੀਂ ਪਤਾ ਉਹਦੀ ਸੋਚ ਇੱਥੇ ਤੱਕ ਸੀ। Now there was a man who said this thing that I don't read much Bible because the person who knows more will be beaten more, but the one who less knows will be beaten less. ਜਿਹਨੇ ਥੋੜਾ ਜਾਣਿਆ ਉਹਨੂੰ ਥੋੜੀ ਮਾਰ। The one who knows less will be beaten less. ਬਹੁਤਾ ਜਾਣਿਆ The one who knows much ਉਹਨੂੰ ਬਹੁਤੀ ਮਾਰ will be beaten ਤੇ much. ਤੁਹਾਨੂੰ ਪਤਾ ਇਸ ਚਰਚ ਵਿੱਚ ਪ੍ਰਚਾਰ ਦੀ ਕਮੀ ਨਹੀਂ। Do you know there is not dearth of ਤੇ preaching? ਤੁਹਾਨੂੰ ਬਹੁਤੀ ਮਾਰ ਪੈਣੀ। And then you will be beaten more. ਤੁਹਾਨੂੰ ਬਹੁਤੀ ਮਾਰ ਪੈਣੀ ਆ। You will be beaten more. ਉਸ ਭੈਣ ਨੂੰ ਤਾਂ ਇੱਥੇ ਡਿੱਗੀ ਨੂੰ ਜਨਾਹ 'ਚ ਹੈਂਟਰ ਪਏ। The one lady who fell here, she was flogged by the angel of God. ਪਰ ਤੁਹਾਨੂੰ ਅੱਗ ਦੇ ਹੈਂਟਰ ਪਏ। But you will be flogged. ਤੁਸੀਂ with the, ਜਾਣਦੇ ਹੋ ਕਿ ਪਿਛਲੇ ਸੰਡੇ ਮੈਸੇਜ ਪ੍ਰਚਾਰ ਕੀਤਾ ਸੀ। do you remember the message that was shared last ਅਸੀਂ ਉਹਦੀ Sunday? ਦੇਹ ਦੇ ਅੰਗ ਆ। We are the power of that body.
ਜੇ ਅੰਗ ਟੁੱਟ ਕੇ ਚਲਾ ਗਿਆ And if the part is broken and ਅਸੀਂ left, ਉਹਦਾ ਪਿੱਛਾ ਨਹੀਂ ਕੀਤਾ। we don't follow that person. ਮੈਂ ਬਹੁਤ ਵਾਰੀ ਦੇਖਿਆ, I've seen it many times. ਦੇਖ ਸਕਿਆ ਤਾਂ ਨਹੀਂ, I could not see that. ਰੋਡ ਦੇ ਉੱਤੇ ਐਕਸੀਡੈਂਟ ਦੇਖੇ। I saw them. ਤੁਹਾਨੂੰ ਪਤਾ ਕੀ ਹੋਇਆ? Do you know what happened? ਇੱਕ ਦਿਨ ਮੈਂ ਫੁਆੜੇ ਤੋਂ ਰਾਤ ਨੂੰ ਆ ਰਿਹਾ, One night, ਇੱਕ ਵਿਅਕਤੀ ਦਾ ਐਕਸੀਡੈਂਟ ਹੋਇਆ, a person met with an accident. ਉਹਦੀ ਸਾਈਕਲ ਡਿੱਗ ਗਈ। His cycle dropped. ਕਿੱਦਾਂ ਡਿੱਗੀ ਮੈਨੂੰ ਨਹੀਂ ਪਤਾ। I don't know how did it fell. ਉਹਦੇ ਸਿਰ ਤੋਂ ਦੀ ਟਰੱਕ ਨਿਕਲਿਆ। And a truck smashed. ਉਸ ਵੇਲੇ ਮੇਰੇ ਕੋਲ ਸਕੂਟਰ ਹੁੰਦਾ ਸੀ। That time I used to have a scooter. ਜਦੋਂ ਮੇਰੇ ਸਾਹਮਣੇ ਅਚਾਨਕ ਉਹ ਲਾਸ਼ ਆਈ, Suddenly that body came before my eyes. ਮੇਰੇ ਹੱਥ ਹਿੱਲ ਗਏ। And my hand started shivering. ਉਹਦਾ ਸਿਰ ਬਿਲਕੁਲ ਪ੍ਰੈਸ ਹੋ ਗਿਆ ਸੀ ਟਰੱਕ ਦੇ ਦੁਆਰਾ। His head was completely ਉਹ smashed. ਕਈ ਦਿਨ ਉਹ ਮੇਰੇ ਅੱਖਾਂ ਦੇ ਸਾਹਮਣੇ ਘੁੰਮਦਾ ਰਿਹਾ। For many days that picture was coming before my ਔਰ eyes. ਮੈਂ ਦੂਸਰੀ ਗੱਲ ਦੱਸਣਾ ਚਾਹੁੰਦਾ, I want to tell you another thing. ਮੈਂ ਨੈਟ ਤੇ ਕਿੰਨੀ ਵਾਰ ਦੇਖਿਆ, I have seen on ਲੋਕੀ internet ਪਿਕਚਰ ਪਾ ਦਿੰਦੇ ਆ, people put pictures. ਕਿਸੇ ਲੱਤ ਉੱਥੇ ਪਈ, ਬਾਜੂ ਉੱਥੇ ਪਈ, ਸਿਰ ਫਿਸ ਗਿਆ, ਉਹਦੇ ਇਦਾਂ ਤੋਂ ਨਿਕਲੇ ਬਿਲਕੁਲ ਪਾਰਟ ਉਹਦੇ ਅਲੱਗ-ਅਲੱਗ ਹੋ ਗਏ। And the horrendous pictures like their limbs are separated ਉਹਦੇ and ਘਰਦਿਆਂ ਨੇ fallen. ਇਹ ਨਹੀਂ ਕਿਹਾ ਕਿ ਲੱਤ ਇਕੱਠੀ ਕਰ ਲਓ ਤੇ ਬਾਹ ਰਹਿਣ ਦਿਓ ਤੇ ਆ ਰਹਿਣ ਦਿਓ, And the people of the family don't say ਉਹਨੂੰ gather ਸਾਰਾ the legs, ਇਕੱਠਾ ਕੀਤਾ, but they gather the whole body of the family ਉਹਨੂੰ member, ਇੱਕ ਕੱਪੜੇ 'ਚ ਲਪੇਟ ਕੇ ਰੱਖਿਆ। and then they wrap it in ਖੂਨ a ਚੋਰਿਆ cloth. ਸੀ, Who was the one? ਬਲਕਿ ਉਹਨੇ ਝਾੜੂ ਨਾਲ ਉਹਦਾ ਮਾਸ ਇਕੱਠਾ ਕੀਤਾ। Rather, they even collected the remaining of the body. ਮੈਂ ਦੱਸਣਾ ਚਾਹੁੰਦਾ, I want to tell you. ਉਹਦੇ ਘਰ ਦੇ ਕਹਿੰਦੇ ਉਹ ਤੇਰੇ ਡੈਡੀ ਦੇ ਉਹ ਵੀ ਟੁਕੜਾ ਪਿਆ ਬੇਟਾ ਉਹ ਵੀ ਚੱਕ। And the family member of that person say there is a part of your dad's body lying there. ਵਾਈਫ ਰੋ ਰੋ ਕੇ ਬੇਹੋਸ਼ ਹੁੰਦੀ ਸੀ, And the wife was getting unconscious and crying. ਇੱਕ ਇੱਕ ਪੀਸ ਇਕੱਠਾ ਕਰ ਰਹੀ ਸੀ। And they were collecting every part. ਪਤਾ ਕਿਉਂ? Do you know why? ਉਹਨਾਂ ਦੇ ਘਰ ਦਾ ਜੀ ਆ, Because that was the member of ਉਹਨਾਂ the ਦਾ ਰਿਸ਼ਤਾ family. ਆ, They have a relationship with the member. ਅੰਦਰ ਮੁਹੱਬਤ ਆ। There is a love in their heart. ਸਾਡੇ ਪਰਿਵਾਰ ਦਾ ਜੀ ਚਲਾ ਗਿਆ। That was a member of our family. ਕੁੜੀ ਕਹਿੰਦੀ ਮੇਰਾ ਡੈਡੀ ਚਲਾ ਗਿਆ, My dad is gone. ਬੇਟਾ ਰੋ ਰਿਹਾ ਮੇਰਾ ਡੈਡੀ ਚਲਾ ਗਿਆ, And the son was crying, I lost ਰਿਸ਼ਤੇਦਾਰ my... ਰੋ ਰਹੇ ਸਾਡਾ ਘਰ ਦਾ ਜੀ ਚਲਾ ਗਿਆ। And the relatives were crying, I lost. ਇਹਨਾਂ ਦੇ ਅੰਦਰ ਦਰਦ ਹੈ, But we don't have love. ਇਹਨੂੰ ਕਹਿੰਦੇ ਜੁੜੇ ਹੋਏ ਪਰਿਵਾਰ। Now this is a family. ਕਿ ਤੁਹਾਡਾ ਪਰਿਵਾਰਿਕ ਅੰਗ ਟੁੱਟ ਕੇ ਚਲਾ ਗਿਆ, Is this how your ਤੁਹਾਡੇ family ਅੰਦਰ went? ਕਦੀ ਦਰਦ ਨਹੀਂ ਆ ਕਿ ਉਹਨੂੰ ਵਾਪਸ ਲੈ ਕੇ ਆਓ। And you never had mercy that I ਇਹ should call ਸਿਰਫ the ਪਾਸਟਰ person. ਵਿਜੇ ਦਾ ਹੀ ਕੰਮ। This is only Pastor Vijay's work. ਫਿਰ ਤੁਸੀਂ ਕੀ ਕਰੋਗੇ? Then what will you do? ਫਿਰ ਤੁਸੀਂ ਕੀ ਕਰੋਗੇ? What will you do? ਖੁਦਾ ਤੁਹਾਡੇ ਤੋਂ ਸਾਫ਼ ਪੁੱਛੇਗਾ, God will take an account. ਖੁਦਾ ਪੁੱਛੇਗਾ। God will take an ਕੱਲਾ account. ਮੇਰੇ ਸੇਵਕ ਦਾ ਕੰਮ ਨਹੀਂ ਸੀ, It was not the duty of my ਮੈਂ servant. ਇਸੇ ਲਈ ਤੈਨੂੰ ਲੇਬਰ ਕ੍ਰਾਈਸਟ ਚਰਚ ਨਾਲ ਜੋੜਿਆ ਸੀ, I linked you to the Church of Labor ਤਾਂ Christ ਕਿ ਤੂੰ because ਉਹਦਾ ਪਾਰਟ ਬਣ ਕੇ ਕੰਮ ਕਰੇ। so that you may be a part of it and work for ਮੇਰੇ it. ਭੈਣ ਭਰਾਓ, My brothers and ਇਹ sisters, ਬਾਈਬਲ ਦੀ ਗੱਲ ਆ। this is from Bible. ਮੂਸਾ ਥੱਕ ਗਿਆ, Moses was there, ਕਲੀਸਿਆ ਦੇ ਸਹਿਕਰਮੀਆਂ ਨੇ and the colleagues in the churches, ਆਪਣੀ ਸਪੋਰਟ ਕਰਤੀ, ਮੂਸਾ ਨੂੰ ਸਪੋਰਟ ਦਿੱਤੀ, and they gave their support to Moses. ਲਿਖਿਆ ਇਸਰਾਇਲ ਜਿੱਤ ਗਿਆ। And it's written Israelites ਜੇ ਮੂਸਾ ਨੂੰ overcame. ਸਪੋਰਟ ਚਰਚ ਦੇ ਲੋਕ ਨਾ ਕਰਦੇ, And the church people, had they not supported ਬਾਈਬਲ Moses, ਕਹਿੰਦੀ ਇਸਰਾਇਲ ਹਾਰ ਜਾਣਾ ਸੀ, then Israel would have died. ਦੂਜੇ ਲੋਕ ਜੇ ਜਾਣੇ ਸੀ, And the other side would ਅਮਲੇਕੀ have, ਲੋਕਾਂ ਨੇ ਫਤਹ ਪਾ ਲੈਣੀ ਸੀ। and the Amalekites would have won. ਜਦ ਵੀ ਮੈਂ ਹਾਰੂੰਗਾ, ਜਦ ਪਾਸਟਰ ਵਿਜੇ ਹਰੇਗਾ ਸੇਵਾ ਚੋਂ, And when Pastor Vijay ਤੁਹਾਡੀ gets ਸਪੋਰਟ defeated, ਨਾ ਕਰਨਾ ਹਾਰੂੰਗਾ, it will be because of ਤੁਹਾਡੀ not your ਹੈਲਪ ਨਾਮ support. ਨੂੰ ਮਿਲਣਾ ਮੈਂ ਹਾਰ ਜਾਊਂਗਾ। I will be defeated because ਜੇ you ਮੈਂ didn't ਫਤਹ support. ਪਾਉਂਗਾ ਹਰ ਗੱਲ ਵਿੱਚ, If I ਜੇ ਮੇਰੀਆਂ overcome, ਦੁਆਵਾਂ ਪ੍ਰਭਾਵਸ਼ਾਲੀ ਰਹਿਣਗੀਆਂ, if my prayers are effective, ਕੇਵਲ ਤੁਹਾਡੇ ਦੁਆਰਾ। it is because of ਜੇ your ਕੋਈ prayers. ਹੀਲਿੰਗ ਹੁੰਦੀ ਆ, If when healing ਉਹ 'ਚ happens, ਤੁਹਾਡਾ ਹਿੱਸਾ ਹੁੰਦਾ। your contribution is there. ਜੇ ਕਿਸੇ ਨੂੰ ਮੇਰੇ ਹੱਥ ਰੱਖਣਾ ਹੋਲੀ ਸਪਿਰਿਟ ਮਿਲਦਾ, If somebody receives Holy ਉਹਦੇ Spirit 'ਚ when I lay ਤੁਹਾਡਾ hands, ਹਿੱਸਾ ਹੁੰਦਾ। there is your contribution. ਚਰਚ ਵਿੱਚ ਕੋਈ ਨਵੀਂ ਚੀਜ਼ ਬਣਾਉਂਦੇ ਸੋਚਦੇ ਪਏ ਆ, If we think of building ਉਹ 'ਚ something new, ਤੁਹਾਡਾ ਹਿੱਸਾ ਆ। there is your contribution. ਇਹਨਾਂ ਦਿਨਾਂ 'ਚ ਕਬਰਸਤਾਨ ਨਹੀਂ ਸੋਚਦੇ ਪਏ ਆ, If we are thinking about something, ਵੇਟ ਕਰਦਾ ਪਿਆ ਮੈਂ I'm waiting ਤਾਂ ਕਿ ਕਬਰਸਤਾਨ ਦਾ ਇੱਕ ਬਿਆਨਾ ਦਿੱਤਾ ਜਾਵੇ 10 ਲੱਖ ਰੁਪਈਆ, so that we can give some advance payment ਉਹ ਤੁਹਾਡੇ ਦੁਆਰਾ ਹੈ। for a cemetery. It is through you. ਜੇ ਤੁਸੀਂ ਪਰਮੇਸ਼ਰ ਨਾਲ ਵਫਾਦਾਰ ਰਹੋਗੇ If you are faithful to God, ਤੇ ਪਰਮੇਸ਼ਰ ਮੈਨੂੰ ਆਸ਼ੀਤ ਕਰੇਗਾ, then God will bless me. ਕੇਵਲ ਤੁਹਾਡੇ ਦੁਆਰਾ। It is just because ਜੇ of ਤੁਸੀਂ you. ਕੁਛ ਨਹੀਂ ਕਰੋਗੇ But if you don't do ਤੇ ਮੈਂ ਵੀ anything, ਖਤਮ ਹੋ ਜਾਊਂਗਾ, I will also die. ਇਹ ਸੇਵਾ ਵੀ ਖਤਮ ਹੋ ਜਾਏਗੀ।
This service will die. ਮੇਰੇ ਭੈਣ ਭਰਾਓ, My brothers and sisters, ਪਰਮੇਸ਼ਰ ਤੁਹਾਨੂੰ ਪੁੱਛੇਗਾ God will take ਤੂੰ account. ਮੇਰੇ ਲਈ ਕੀ ਕੀਤਾ, What did you do for ਫਿਰ me? ਤੁਸੀਂ ਕੀ ਕਹੋਗੇ? What will you ਇਹਦਾ answer? ਬਾਈਬਲ 'ਚ ਲਿਖਿਆ। This is what written in the ਇਹੋ ਜਿਹੇ Bible. ਕੰਮ ਕਰੋ Do such things ਤੁਸੀਂ ਉਹਦੇ ਸਾਹਮਣੇ ਖਲੋ ਸਕੋ, so that you may ਜਾਂ stand ਤੁਹਾਨੂੰ before, ਹਿਸਾਬ ਪੁੱਛੇ that when God asks you, ਤੁਹਾਨੂੰ ਪ੍ਰਭੂ ਦੇ ਸਾਹਮਣੇ ਝੁਕਣਾ ਨਾ ਪਵੇ। that you don't have to be ashamed before God. ਇਸ ਖੁਦਾ ਨੇ ਇਸੇ ਕਰਕੇ ਦ੍ਰਿਸ਼ਟਾਂਤ ਦਿੱਤਾ, That's why God gave this ਉਹ parable, ਵੇਲੇ ਸਰਾ ਕੇ ਰਸਤ ਪੁੱਛੇਗਾ, that God will take an account. ਫਿਰ ਕੀ ਜਵਾਬ ਦੋਗੇ? And what will the answer we ਫਿਰ give? ਕੀ ਜਵਾਬ ਦੋਗੇ? What answer will we give? ਬਸ ਅੱਜ ਦਾ ਇਹੀ ਕਲਾਮ, This is the word ਅੱਜ that ਦਾ I want. ਇਹੀ ਵਚਨ ਤੁਹਾਡੇ ਨਾਲ ਗੱਲ ਕਰ ਰਿਹਾ। This is the word that is ਪਹਿਲੇ talking ਬੇਟੇ to you. ਨੂੰ ਕਿਹਾ, ਪਹਿਲੇ ਪੁੱਤਰ ਨੂੰ ਕਿਹਾ, First to first son he ਉਹ said. ਕਹਿੰਦਾ ਪਿਤਾ ਜੀ ਮੇਰਾ ਮਨ ਨਹੀਂ। The first son said, I'm not ਦੂਸਰੇ willing. ਬੇਟੇ ਨੂੰ ਯਿਸੂ ਮਸੀਹ ਨੇ ਕਿਹਾ, And then Lord said to the another ਉਹ ਕੀ son, ਕਹਿ ਰਿਹਾ? what did he say? ਚਲਾ ਜਾਣਾ। Go. ਬਾਅਦ ਚ ਲਿਖਿਆ ਦੋਨੋਂ ਚ ਕੌਣ ਇਮਾਨਦਾਰ ਸੀ? And then it's written who was ਆਈਓ ਸਾਹਿਤ ਨੂੰ ਪੜ੍ਹ ਕੇ ਬੰਦ ਕਰਾਂਗੇ। Let's read the ਜਿਹੜੀ verse ਅਸੀਂ ਪਹਿਲੀ again. ਆਇਤ ਪੜ੍ਹੀ ਸੀ। The very first verse that we ਹਾਂ, read. ਮੈਂ ਤੁਹਾਨੂੰ ਉੱਥੇ ਲੈ ਕੇ ਜਾਣਾ ਚਾਹੁੰਦਾ। I want you to read the ਖੁਦਾ verse. ਅੱਜ ਤੁਹਾਡੇ ਨਾਲ ਗੱਲ ਕਰ ਰਿਹਾ, ਤੁਸੀਂ ਕੀ ਕਹੋਗੇ? ਮੈਂ ਕੱਲ ਕਰੂੰ, ਪਰਸੋਂ ਫੋਨ ਕਰੂੰਗਾ, ਮੈਂ ਪੁੱਛੂੰਗਾ, ਦੁਆ ਕਰਕੇ ਕਹੋ ਪ੍ਰਭੂ ਮੈਨੂੰ ਫੋਨ ਕਰਨ ਲੱਗਾ ਆ, ਜੇ ਤੇਰੇ ਅੰਦਰ ਤੇਰੇ ਪੁੱਤਰ ਆਤਮਾ ਮੇਰੇ ਅੰਦਰ ਸੱਚੀ ਹਲੇ ਬਰਕਰਾਰ ਆ ਕੰਮ ਕਰ ਰਿਹਾ ਤੇ ਤੁਹਾਡੇ ਅੰਦਰੋਂ ਕਾਇਲ ਹੋ ਜਾਏਗਾ, ਕਾਇਲ ਕਰ ਲੋਗੇ, ਨਹੀਂ ਤਾਂ ਫਿਰ ਤੁਸੀਂ ਸ਼ਾਂਤ ਹੋ। If the Spirit of God is working in you, you Bible will be ਕਹਿੰਦੀ ਹੈ, convicted. ਜਿਹੜਾ ਆਪਣੇ ਭਰਾ ਨੂੰ ਜਿੱਤ ਲੈਂਦਾ ਉਹ ਉੱਚੇ ਨਗਰ ਨੂੰ ਜਿੱਤ ਲੈਂਦਾ, Bible says the one who overcomes his ਇੱਕ brother. ਸ਼ਹਿਰ ਨੂੰ ਜਿੱਤ ਲੈਂਦਾ। ਸੁਲੇਮਾਨ ਕਹਿੰਦਾ। Solomon says he overcomes the city. ਆਓ ਅਸੀਂ ਉਸ ਆਇਤ ਨੂੰ ਫੇਰ ਪੜਾਂਗੇ ਜਿਹੜੀ ਮੱਤੀ ਦੀ ਇੰਜੀਲ ਪਹਿਲੀ ਆਇਤ ਪੜ੍ਹੀ ਸੀ। ਪੜ੍ਹੀਏ। ਇੱਕ ਮਨੁੱਖ ਦੇ ਦੋ ਪੁੱਤਰ ਸਨ ਇੱਕ ਮਨੁੱਖ ਦੇ ਦੋ ਪੁੱਤਰ ਸਨ, ਅਤੇ ਉਹ ਪਹਿਲੇ ਦੇ ਕੋਲ ਆਣ ਕੇ ਬੋਲਿਆ, ਪਹਿਲੇ ਦੇ ਕੋਲ ਆਣ ਕੇ ਡੈਡੀ ਜੀ ਕਹਿੰਦੇ ਪੁੱਤਰ ਜਾ, ਪੁੱਤਰ ਜਾਓ ਅੱਜ ਅੰਗੂਰੀ ਬਾਗ ਵਿੱਚ ਕੰਮ ਕਰ। ਅੱਜ ਅੰਗੂਰੀ ਬਾਗ ਵਿੱਚ ਬੇਟਾ ਕੰਮ ਕਰ। ਅਤੇ ਉਸਨੇ ਉੱਤਰ ਦਿੱਤਾ, ਉਹਨੇ ਉੱਤਰ ਦਿੱਤਾ, ਮੇਰਾ ਜੀ ਨਹੀਂ ਕਰਦਾ, ਡੈਡੀ ਜੀ ਮੇਰਾ ਮਨ ਨਹੀਂ। ਪਰ ਪਿੱਛੋਂ ਪਛਤਾ ਕੇ ਗਿਆ। ਪਿੱਛੋਂ ਪਤਾ ਕੇ ਗਿਆ, ਫਿਰ ਦੂਏ ਦੇ ਕੋਲ ਆਣ ਕੇ ਬੋਲਿਆ, ਫਿਰ ਦੂਏ ਦੇ ਕੋਲ ਆ ਕੇ ਬੋਲਿਆ, ਉਸਨੇ ਉੱਤਰ ਦਿੱਤਾ, ਉਸਨੇ ਉੱਤਰ ਦਿੱਤਾ, ਅੱਛਾ ਜੀ, ਅੱਛਾ ਜੀ, ਪਰ ਗਿਆ ਨਾ। ਪਰ ਗਿਆਨ ਸੋ ਇਹਨਾਂ ਦੋਹਾਂ ਵਿੱਚੋਂ ਇਹਨਾਂ ਦੋਹਾਂ ਵਿੱਚੋਂ ਕਿਹਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ? ਕਿੰਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ? ਉਹਨਾਂ ਆਖਿਆ, ਉਹਨੇ ਆਖਿਆ ਪਹਿਲੇ ਨੇ। ਪਹਿਲੇ ਨੇ। ਯਿਸੂ ਨੇ ਉਹਨਾਂ ਨੂੰ ਕਿਹਾ, ਪ੍ਰਭੂ ਯਿਸੂ ਮਸੀਹ ਨੂੰ ਆਖਿਆ, ਮੈਂ ਤੁਹਾਨੂੰ ਸੱਤ ਆਖਦਾ ਮੈਂ ਤੁਹਾਨੂੰ ਸੱਚ ਆਖਦਾ, ਜੋ ਮਸੂਲੀਏ ਤੇ ਕੰਜਰੀਆਂ ਮਸੂਲੇ ਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ਰ ਦੇ ਰਾਜ ਵਿੱਚ ਜਾਂਦੇ ਹਨ। ਪਹਿਲੋਂ ਉਹਦੇ ਰਾਹ ਵਿੱਚ ਜਾਂਦੇ ਹਾਂ, ਜਿਹਨੇ ਮਨ ਫਿਰਾਇਆ, ਆਪਣੇ ਪਾਪਾਂ ਤੋਂ ਤੌਬਾ ਕੀਤੀ, ਪਾਣੀ ਦਾ ਬਸਮਾ ਲੈ ਲਿਆ, ਪਵਿੱਤਰ ਆਤਮਾ ਪਾ ਕੇ ਆਪਣੇ ਬਾਪ ਦੀ ਮਰਜ਼ੀ ਨੂੰ ਕੀ ਕੀਤਾ? ਪੂਰਾ ਕੀਤਾ। ਪਹਿਲੇ ਨੇ ਪਛਤਾਪ ਕਰਕੇ ਗਿਆ ਨਹੀਂ, ਮੇਰਾ ਦਿਲ ਨਹੀਂ ਕਰਦਾ। ਦੋਨਾਂ ਵਿੱਚੋਂ ਪੁੱਛਿਆ ਕਿੰਨੇ ਪੂਰੀ ਕੀਤੀ ਮਰਜ਼ੀ? ਕਹਿੰਦਾ ਪਹਿਲੇ ਨੇ। ਕਹਿੰਦਾ ਕਿਉਂ? ਉਹ ਪਛਤਾ ਕੇ ਗਿਆ। ਕਿਆ ਅੱਜ ਤੁਸੀਂ ਇਹ ਗੱਲ ਮੰਨਦੇ ਹੋ ਕਿ ਮੈਂ ਗਿਆ ਨਹੀਂ? ਕਿਆ ਕਹੋਗੇ ਪ੍ਰਭੂ ਜੀ ਮੈਂ ਪਿਛਲੇ ਸੰਡੇ ਸੁਣਿਆ ਸੀ ਦੇਹੀ ਦੇ ਅੰਗ ਟੁੱਟ ਚੁੱਕੇ ਨੇ, ਮੈਂ ਨਹੀਂ ਗਿਆ। ਕਿਆ ਇਸ ਗੱਲ ਲਈ ਪਛਤਾਪ ਕਰੋਗੇ? ਪ੍ਰਭੂ ਮੈਨੂੰ ਚਾਹੀਦਾ ਕਿ ਜਿੱਥੇ ਤੱਕ ਮੇਰਾ ਫੋਨ ਜਾਏਗਾ ਮੈਂ ਪੁੱਛੂੰਗਾ ਤੂੰ ਕਿਉਂ ਨਹੀਂ ਆਇਆ? ਕੋਈ ਗੱਲ ਨਹੀਂ। ਬਾਪ ਵੀ ਤੱਕ ਆਪਣੇ ਘਰ 'ਚ ਸਾਨੂੰ ਕਹਿ ਦਿੰਦਾ, ਡੈਡੀ ਵੀ ਕਹਿੰਦਾ, ਮੰਮੀ ਵੀ ਕਹਿੰਦੀ ਆ, ਪਾਸਟਰ ਵਿਜੇ ਸਾਡਾ ਡੈਡੀ ਆ, ਜੇ ਕਹਿਤਾ ਫਿਰ ਕੀ ਹੋ ਗਿਆ? ਬਾਈਬਲ 'ਚ ਲਿਖਿਆ ਨੇ ਪੁਰਾਣੇ ਖੱਤ ਵਿੱਚ, ਕਿਹੜਾ ਬਾਪ ਆਪਣੇ ਬੱਚੇ ਨੂੰ ਨਹੀਂ ਤਾੜਦਾ? ਕੌਣ? ਕਿਹੜਾ ਪਿਤਾ ਨਹੀਂ ਕਹਿੰਦਾ? ਜੇ ਇਦਾਂ ਆ ਤਾਂ ਫਿਰ ਬਾਈਬਲ ਆਪਾਂ ਕਾਦੀ ਪੜ੍ਹਦੇ? ਸਿਸਟਰ ਜੀ ਕਾਦੀ ਬਾਈਬਲ ਪੜ੍ਹਦੇ ਆ? ਫਿਰ ਤੂੰ ਇਮਾਨਦਾਰ ਆ। ਜੇ ਬਾਈਬਲ ਉਹਨੂੰ ਲਿਆਏਗਾ, ਬਾਈਬਲ ਸਿਖਾਏਗਾ, ਜੇ ਤੈਨੂੰ ਆਂਦੀ ਹੋਊਗੀ ਤੇ ਸਿਖਾਏਗਾ। ਮੈਨੂੰ ਆਂਦੀ ਨਹੀਂ, ਕਿੱਥੇ ਕਿਹੜੀ ਲਾਈਨ ਇਹਨੂੰ ਪੜਾਵਾਂ? ਸ਼ਬਦਾਂ ਨਾਲ ਨਹੀਂ, ਬਾਈਬਲ ਨੂੰ ਪੜ੍ਹਾਈਏ। ਦੇਖ ਇੱਥੇ ਲਿਖਿਆ, ਜ਼ਰੂਰ ਉਹ ਤੇਰੇ ਤੋਂ ਕਾਇਲ ਕੀਤਾ ਜਾਏਗਾ। ਤੇ ਯਾਦ ਰੱਖ, ਜੇ ਤੂੰ ਪਰਮੇਸ਼ਵਰ ਦੀ ਹਜ਼ੂਰੀ ਚ ਉਹਨੂੰ ਟੁੱਟੇ ਨੂੰ ਲੈ ਕੇ ਆਏਗਾ ਤੇ ਤੇਰੇ ਲਈ ਇੱਕ ਆਸ਼ੀਸ਼ ਔਰ ਤੇਰੇ ਲਈ ਪ੍ਰਭੂ ਤਿਆਰ ਰੱਖੇਗਾ। ਫਿਰ ਤੂੰ ਇੱਕ ਔਰ ਆਸ਼ੀਸ਼ ਦਾ ਵਾਰਿਸ ਹੋਣਾ। ਤੇ ਜੇ ਤੂੰ ਉਹਦੇ ਤੇ ਵੀ ਵਫਾਦਾਰ ਰਹੇਗਾ ਤੇ ਫਿਰ ਯਾਦ ਰੱਖ, ਫਿਰ ਤੈਨੂੰ 5 ਔਰ ਖੁਦਾ ਦੇਣਾ। ਜੇ ਤੂੰ 5 ਚ ਵਫਾਦਾਰ ਰਹੇਗਾ, ਤੇਰਾ ਪਲੱਸ ਹੋਏਗਾ, ਮਾਈਨਸ ਨਹੀਂ, ਤੂੰ ਵਾਧਾ ਜਾ। ਇਹ ਬਾਈਬਲ ਦੀ ਗੱਲ। ਤੁਸੀਂ ਅੱਜ ਕੀ ਫੈਸਲਾ ਕਰੋਗੇ ਕਿ ਪ੍ਰਭੂ ਮੈਂ ਪਿਛਲੇ ਸੰਡੇ ਸੁਣਿਆ ਪਰ ਮੈਂ ਉੱਤੇ ਧਿਆਨ ਨਹੀਂ ਦਿੱਤਾ, ਮੇਰਾ ਪਾਪ ਆ? ਪਛਤਾ ਕੇ ਜਾਓਗੇ ਤੇ ਖੁਦਾ ਤੈਨੂੰ ਇਮਾਨਦਾਰ ਦਾ ਨਾਮ ਦੇਗਾ। ਕਹਿੰਦਾ ਦੋਨਾਂ ਚੋਂ ਕੌਣ ਧਰਮੀ ਆ? ਕਹਿੰਦਾ ਜਿਹੜਾ ਪਛਤਾ ਕੇ। ਕਿਆ ਤੁਹਾਨੂੰ ਪਛਤਾਪ ਹੈ ਇਸ ਗੱਲ ਦਾ ਕਿ ਸਾਡੇ ਇਹਨੇ ਲੋਕ ਟੁੱਟ ਗਏ? ਕਿਸ ਤਰ੍ਹਾਂ ਵੀ ਕਿਸੇ ਨੇ ਤੋੜ ਦਿੱਤੇ, ਚਾਹੇ ਕਿੱਦਾਂ ਵੀ ਸੀ, ਚਾਹੇ ਇਸ ਚਰਚ ਵਿੱਚ ਉਲਟੀਆਂ ਗੱਲਾਂ ਕੀਤੀਆਂ। ਰਸੂਲਾਂ ਦੇ ਕਰਤਾ ਬਥੇਰੇ ਤੁਹਾਡੇ ਵਿੱਚ ਉਲਟੀਆਂ ਗੱਲਾਂ ਕਰਨਗੇ। ਹਾਂਜੀ,
ਉਹਨਾਂ ਨੂੰ ਇੱਧਰ ਉੱਧਰ ਕਰ ਦੇਣਗੇ ਲੋਕਾਂ ਨੂੰ। ਕਿਆ ਤੂੰ ਗਿਆ ਇੱਕ ਇੱਥੋਂ ਦੇ ਤੋੜਨ ਵਾਲੇ ਨੇ ਤੋੜ ਦਿੱਤਾ, क्या तू जोड़ने वाला तेरे च आत्मा हैगा? बाइबल पौलुस ने करंथिया 10 च लिखा हमें तोड़ने का नहीं हमें तो जोड़ने का आत्मा मिला है। इधर लिखा करंथिया 10 चैप्टर में परमेश्वर ने मैनू ये आशीष दी कि मैं टुटिया नू जोड़ा, कि तुहाडे को आशीष नहीं है ये वाली एक नू तोड़न दी आशीष है, उहदे च तां दुष्ट आत्मा है, तेरे च सही पवित्र आत्मा तू नू जोड़ कि घबराना। घर विच 50 गल्लां हो जांदियां, मां ना डैडी ना नो ना सस ना किन्नियां ना प्रॉब्लम आ जांदी, घर थोड़ी छड़ दे। फिर तू ईमानदार बाइबल नाल कायल कर ते फिर तू खुदा दा वफादार सेवक ठहरेगा। ते फिर एदा मतलब तू खुदा नू रस्त दे रहा ते खुदा जिले तू उत्थों वापस जाएगा, खुदा कहेगा मेरे पिता दे मुबारक पुत्र मेरी बेटी तेरे लिए स्वर्ग राज तैयार आ, तेनू उत्थों कोई जान तो रोक ही नहीं सकेगा। आइए अखां बंद करांगे। Let's close our eyes. ते आज दे वचन ते मनन करांगे We'll meditate on the कि word परमेश्वर ने आज मेरे नाल गल कीती है that God spoke to me today. कि पूरा हफ्ता आज मैं खुदा नाल वाचा बनूंगा, Will I be in covenant with मैं तेरे लिए God? कुछ करूंगा सब ते। Lord, I want to do something. प्रभु मैनू बाल दे, Lord, grant me your मैनू strength. ताकत दे, Grant me your strength. इस हफ्ते मैं कुछ करूंगा। This week I want to do मैं something. एक ना एक रूह नू जित के ले आऊंगा I will win one soul and जो bring पाप च डिगी हुई है, the one who is शराब च डिगी हुई है, the one who is जना च cursed, डिगी हुई है, the one who is in adultery, ਜਾਂ ਕਿਸੇ ਦੀ ਵਜ੍ਹਾ ਨਾਲ ਹੋ ਟੁੱਟ ਗਿਆ ਹੈ, or the one who has broken because of someone. ਮੈਂ ਉਹਨੂੰ ਵਾਪਸ ਲੈ ਕੇ ਆਉਂਗਾ I will bring him back, ਤੇ ਖੁਦਾ ਤੈਨੂੰ ਮੁਬਾਰਕ ਆਖੇ। and God will call you blessed, ਤੇਰੇ ਲਈ ਸੁਰ ਦਾ ਦਰਵਾਜ਼ਾ ਕਦੀ ਬੰਦ ਨਹੀਂ ਹੋਏਗਾ। and the doors of ਜੇ heaven ਤੂੰ will ਉਹਦਾ never ਕੰਮ be ਨਾ closed. ਕੀਤਾ But if you don't do His word, ਖੁਦਾ ਤੇਰੇ ਤੋਂ ਹਿਸਾਬ ਪੁੱਛੇਗਾ, God will take an account. ਤੂੰ ਮੇਰੇ ਲਈ ਕੀ ਕੀਤਾ। What did you do for me? ਇਹੀ ਗੱਲ ਉਹ ਤੋੜੇ ਵਾਲੇ ਦੀ ਗੱਲ ਲਿਖੀ ਹੈ, And it is the same thing He ਜਿਹਦੇ asked the ਕੋਲ 5 person, ਅਸਰਫੀਆਂ ਸੀ। the one who had 5 talents. ਬਾਈਬਲ 'ਚ ਲਿਖਿਆ In the Bible it is ਜਿਹਦੇ written, ਕੋਲ ਇੱਕ ਸੀ, the one who had ਇੱਕ ਕੋਲ one, 2 ਸੀ, some two had two, ਇੱਕ ਵਾਲੇ ਨੇ ਦਫਨਾ ਲਿੱਤੀ, the one who had one he ਪਰਮੇਸ਼ਰ buried, ਨੂੰ ਗੁੱਸਾ ਆਇਆ, and God got ਕਹਿੰਦਾ ਇਹਨੂੰ angry. ਅੰਦਰ ਕੋਰ ਕੇ ਬੰਨ, ਇਹਦੇ ਹੱਥ ਪੈਰ ਬੰਨ ਕੇ And then He said, tie his hands and ਇਹਨੂੰ legs ਇਹਨੂੰ ਨਰਕ 'ਚ ਸਿੱਟਤਾ, and throw him into hell, ਜਿੱਥੇ ਰੋਣਾ ਤੇ ਕਚੀਚੀਆਂ ਦਾ ਵੱਟਣਾ। where there is crying and gnashing of teeth. क्या ਤੁਸੀਂ ਉਸ ਜਗ੍ਹਾ ਜਾਣਾ ਚਾਹੁੰਦੇ ਹੋ? Do you want to go to that ਉਹਦਾ place ਕੰਮ ਨਾ ਕਰਕੇ when you don't do His ਜਾਂ work? ਉਹਦਾ ਕੰਮ ਕਰਕੇ ਤੁਸੀਂ ਰਾਜ 'ਚ ਜਾਣਾ ਚਾਹੁੰਦੇ ਹੋ? Or you want to do His work and want to go to His ਇਹ kingdom? ਪਰਮੇਸ਼ਰ ਦਾ ਵਚਨ ਤੁਹਾਡੇ ਨਾਲ ਗੱਲ ਕਰ ਰਿਹਾ। This is the word of ਮੈਂ God ਪੁੱਪੜ speaking ਤੇ to ਖੜਾ, you. I am standing on the ਖੁਦਾ pulpit. ਮੇਰਾ ਗਵਾਹ ਹੈ। God is my witness. ਮੈਂ ਰਾਤ ਬਾਈਬਲ ਪੜ੍ਹਦਾ ਰਿਹਾ, I have been reading ਮੇਰੇ Bible. ਕੋਲ last ਇੱਕ night. ਮੈਸੇਜ ਸੀ, There was one message I ਮੈਂ had. ਅੱਜ ਉਹਨੂੰ ਪ੍ਰਚਾਰ ਨਹੀਂ ਕਰ ਸਕਿਆ। Today I had ਮੈਂ ਤੁਹਾਨੂੰ preached. ਸੱਚ ਬੋਲ ਰਿਹਾ, ਪੁੱਪੜ ਤੇ ਉੱਤੇ ਆ ਕੇ I am telling you the truth while I'm standing on ਉਹਨੂੰ the ਮੈਂ ਪ੍ਰੀਚ pulpit. ਨਹੀਂ ਕਰ ਸਕੀ, I could not preach ਉਹਦੀ it. ਇੱਕ ਲਾਈਨ ਵੀ ਨਹੀਂ ਪ੍ਰਚਾਰ ਕਰ ਸਕੀ। No one could preach even a single line of it. ਇਹ ਪਰਮੇਸ਼ਰ ਨੇ ਮੇਰੇ ਮਨ 'ਚ ਜਿਹੜੇ ਮੈਂ ਇੱਥੇ ਆਇਆ, When I came here, ਜਿਹੜੇ ਗੀਤ ਚੱਲਦੇ ਪਏ ਸੀ, when the songs were got singing, ਇਹ ਗੱਲ ਮੇਰੇ ਅੰਦਰ ਸੁੱਤ ਹੈ, this thing came in my heart. ਮੈਂ ਤਾਂ ਤੁਹਾਨੂੰ ਪ੍ਰਚਾਰ ਕੀਤਾ। That's how I shared with you. ਮੈਂ ਇਦਾਂ ਸਮਝਦਾ ਹਾਂ, I consider it this way. ਜਿਹੜਾ ਰਾਤ ਮੈਂ ਪ੍ਰਚਾਰ ਕਰਨਾ ਸੀ Last night what I wanted to preach, ਉਹ ਮੇਰੀ ਵੱਲੋਂ ਸੀ, it was ਜਿਹੜਾ from ਮੈਂ me. ਹੁਣ ਪ੍ਰਚਾਰ ਕੀਤਾ But the one I preached ਇਹ now, ਪਵਿੱਤਰ ਆਤਮਾ ਵੱਲੋਂ। it is from Holy Spirit. ਮੈਂ ਇਦਾਂ ਸਮਝਦਾ ਹਾਂ, That's how I ਹਰ believe. ਹਿਰਦੇ ਦੇ ਅੰਦਰ ਗਿਆ ਹੋਏਗਾ It may go into every heart ਔਰ ਤੁਹਾਨੂੰ ਛੋਇਆ ਵੀ ਹੋਏਗਾ and He will touch you. ਕਿ ਜੋ ਕੁਝ ਮੈਂ ਬੋਲ ਰਿਹਾ ਹਾਂ Whatever I'm speaking, ਇਹ ਸੱਚ ਹੈ। it is truth. ਮੇਰੇ ਭੈਣ ਭਰਾਓ, My brothers and sisters, ਸਮੇਂ ਨੂੰ ਗਨੀਮਤ ਜਾਣੋ, let's consider the time valuable. ਦਿਨ ਬੁਰੇ, The days are less. ਮਨ ਫਿਰਾਈਏ Let's repent. ਕਿ ਪ੍ਰਭੂ ਅੱਜ ਸੁਣਿਆ ਹੈ ਵਚਨ, Lord, the word that we ਇਹ heard, ਵਿਅਰਥਾ ਨਹੀਂ ਜਾਏਗਾ। it may not go waste. ਅੱਜ ਹੀ ਕੰਮ ਕਰੂੰਗਾ ਤੇਰਾ, It will work today. ਅੱਜ ਤੋਂ ਹੀ ਫੈਸਲਾ ਕੀਤਾ ਮੈਂ, From now onwards, I take ਮੈਂ a ਕੰਮ decision. ਕਰੂੰਗਾ। I will work. ਮੈਨੂੰ क्षमा ਕਰ। Lord, forgive ਮੈਂ me. ਪਿਛਲਾ ਸੁਣਿਆ Lord, I heard last Sunday, ਪਰ ਉਹਨੂੰ ਲਿੱਤਾ ਨਹੀਂ, but I didn't ਕਿਉਂਕਿ receive ਉਹ ਵਸਿਆ ਹੀ ਨਹੀਂ ਮੇਰੇ ਅੰਦਰ। because it didn't dwell in ਅੱਜ me. ਤੇਰਾ ਵਚਨ ਮੇਰੇ ਅੰਦਰ ਵਸ ਗਿਆ, And today, it has got into me. ਮੈਂ ਆਪਣੇ ਆਪ ਨੂੰ Today, I ਤੁਹਾਡੇ myself ਹੱਥਾਂ 'ਚ ਸੌਂਪਦਾ। surrender myself into ਪ੍ਰਭੂ your ਇਸ ਹਫ਼ਤੇ ਮੈਨੂੰ ਇਸਤੇਮਾਲ ਕਰ। Lord, use me this week. ਨੈਕਸਟ ਡੇ ਮੈਂ ਗਵਾਹੀ ਨਾਲ ਇੱਥੇ ਖੜਾ ਹਾਂ Next Sunday, with a testimony, I will ਕਿ come ਪ੍ਰਭੂ ਨੇ back ਮੈਨੂੰ ਇਸਤੇਮਾਲ ਕੀਤਾ। that God used me. ਛੋਟੀ ਜਿਹੀ ਦੁਆ ਕਰ, ਇਹੀ ਮੇਰੀ ਦੁਆ ਹੈ This is my prayer ਪ੍ਰਭੂ ਯਿਸੂ ਦੇ ਨਾਮ 'ਚ, in the name of Lord Jesus Christ. Amen. Amen. ਆਮੀਨ। Amen. ਕੀ ਤੁਹਾਨੂੰ ਅੱਛਾ ਲੱਗਾ? Did you like it? ਅੱਛਾ ਲੱਗਾ? God. ਸ਼ਾਇਦ